सुमित। हाँ जी हाँ जी ठीक है, सतपाल मैम है जिन्हों का 8.5 ही ना रीडिंग च, तो हाँ क्या ही जी गल करनी हुण, जो पूछना पूछ लै। हाँ जी हेलो सुमित। हाँ जी मैम, गुड इवनिंग। गुड इवनिंग जी। हाँ जी मैम, मैं ਰੀडिंग च ਪੁੱਛਣਾ ਸੀ ਕਿ ਲਿਸਟ ਆਫ ਹੈਡਿੰਗ ਤੁਸੀਂ ਮਤਲਬ ਕਿੱਦਾਂ ਸੋਲਵ ਕਰਦੇ ਹੋ, ਇਹ ਕਿੱਦਾਂ ਸੋਲਵ ਕੀਤੇ ਸੀ ਕਿ ਮਤਲਬ ਸ਼ੁਰੂ 'ਚ ਹੀ ਤੁਹਾਡੇ ਮਤਲਬ ਸੀ ਸੋਲਵ ਹੋ ਗਏ ਸੀ ਸਾਰੇ ਇੱਕਦਮ ਹੀ, ਜਾਂ ਫਿਰ ਤੁਹਾਨੂੰ ਕੀ ਪ੍ਰੋਬਲਮ ਆਈ ਸੀ ਜਿਵੇਂ ਮਿਲੇ ਨਹੀਂ ਸੀ, ਜਾਂ ਪਤਾ ਨਹੀਂ ਲੱਗਦਾ ਸੀ ਸੇਮ ਲੱਗਦੇ ਸੀ ਸਾਰੇ ਹੈਡਿੰਗ ਇੱਕੋ ਪੈਰਾਗ੍ਰਾਫ ਦੇ ਸੇਮ, ਜਾਂ ਫਿਰ ਲੱਗਦੇ ਹੀ ਨਹੀਂ ਬਿਲਕੁਲ ਵੀ। ਦੇਖੋ ਸੁਮਿਤ, ਇਹ ਨਾ ਮਤਲਬ ਓਵਰਆਲ ਜਿਹੜਾ ਮੇਰਾ ਰੀਡਿੰਗ ਦਾ ਐਕਸਪੀਰੀਅੰਸ ਹੈ ਉਹ ਇਹ ਹੈ ਕਿ ਪਹਿਲਾਂ ਤਾਂ ਕਨਸੈਂਟਰੇਸ਼ਨ ਬਣਨੀ ਜ਼ਰੂਰੀ ਹੈ। ਕਿ ਮਤਲਬ ਪਹਿਲਾਂ ਲਾਸਟ ਵਾਰੀ ਮੈਂ ਐਗਜ਼ਾਮ ਦਿੱਤਾ ਤਾਂ ਮੇਰੇ 6.5 ਹੀ ਆਏ ਸੀ, ਜਦ ਕਿ ਉਸ ਤੋਂ ਪਹਿਲਾਂ ਵੀ ਮੇਰੇ ਮਤਲਬ 8.5 ਸੀਗੇ। ਮੈਂ ਜੀਟੀ ਦਿੱਤਾ ਸੀ ਉਸ ਟਾਈਮ, ਲਾਸਟ ਵਾਰੀ ਐਕੈਡੈਮਿਕ ਦਿੱਤਾ ਸੀਗਾ। ਤਾਂ ਮਤਲਬ ਪਹਿਲਾਂ ਤਾਂ ਕਨਸੈਂਟਰੇਸ਼ਨ ਦੀ ਗੱਲ ਹੈ। ਦੂਸਰਾ ਇਹ ਹੈ ਕਿ ਓਵਰਆਲ ਉਹ ਜਿਹੜਾ ਹੁੰਦਾ ਉਹਦਾ ਇੱਕ ਆਈਡੀਆ ਜਿਹੜਾ ਪੈਰਾਗ੍ਰਾਫ ਦਾ ਹੁੰਦਾ, ਉਹ ਹੁੰਦਾ ਲਿਸਟ ਆਫ ਹੈਡਿੰਗ। ਪਹਿਲਾਂ ਪ੍ਰੋਬਲਮ ਆਈ ਸੀ ਲਾਸਟ ਟੈਸਟ ਦੇ ਵਿੱਚ, ਮੈਨੂੰ ਪ੍ਰੋਬਲਮ ਆ ਰਹੀ ਸੀ ਕਿ ਮੈਂ ਕਨਸੈਂਟਰੇਟ ਨਹੀਂ ਸੀ ਕਰ ਪਾ ਰਹੀ। ਤਾਂ ਮਤਲਬ ਪਹਿਲਾਂ ਤੁਹਾਡਾ ਓਵਰਆਲ ਅੰਡਰਸਟੈਂਡਿੰਗ ਕੀ ਹੈ ਪੂਰਾ ਪੈਰਾਗ੍ਰਾਫ ਦੀ, ਉਹ ਤੇ ਡਿਪੈਂਡ ਕਰਦਾ। ਤੇ ਉਸ ਚੀਜ਼ ਨੂੰ ਗ੍ਰਾਸਪਿੰਗ ਨੂੰ ਵਧਾਉਣਾ ਜ਼ਿਆਦਾ ਜ਼ਰੂਰੀ ਹੈ ਮੇਰੇ ਹਿਸਾਬ 'ਚ। ਕਿ ਮਤਲਬ ਕਈ ਪੈਰਾਸ ਦੇ ਵਿੱਚ ਹੁੰਦਾ ਕਿ ਫਸਟ ਸੈਕਿੰਡ ਥਰਡ ਲਾਈਨ ਦੇ ਵਿੱਚ ਤੁਹਾਨੂੰ ਓਵਰਆਲ ਆਈਡੀਆ ਮਿਲ ਜਾਏਗਾ ਪੈਰਾ ਦਾ, ਜਾਂ ਕਈ ਵਾਰੀ ਮਤਲਬ ਲਾਸਟ ਤੇ ਹੁੰਦਾ ਕਿ ਉਹ ਡਿਪੈਂਡ ਕਰਦਾ ਰਾਈਟਰ ਕਿਵੇਂ ਦਾ। ਠੀਕ ਹੈ। ਸਮਝ ਪਾ ਰਹੇ ਹੋ ਮੇਰੀ ਗੱਲ? ਹਾਂਜੀ ਹਾਂਜੀ ਮੈਨੂੰ ਐਕਚੁਅਲੀ ਇੰਨਾ ਐਕਸਪੀਰੀਅੰਸ ਨਹੀਂ ਹੈ ਕਿ ਮੈਂ ਦੂਸਰੇ ਨੂੰ ਕਿਵੇਂ ਸਮਝਾਵਾਂ ਜਾਂ ਟੀਚ ਕਰਾਂ। ਪਰ ਮੈਨੂੰ ਜੋ ਪ੍ਰੋਬਲਮ ਆਈਆਂ ਕਿ ਮੈਨੂੰ ਵਿੱਚੋਂ ਕਾਫੀ ਰੀਡਿੰਗ ਟਫ ਵੀ ਹੁੰਦੀਆਂ ਕਿ ਪ੍ਰੋਬਲਮ ਵੀ ਆਉਂਦੀ ਹੈ। ਬਟ ਜੇ ਈਜ਼ੀ ਹੈ ਤਾਂ ਉਹਨੂੰ ਮਤਲਬ ਓਵਰਆਲ ਜੇ ਇੱਕ ਵਾਰੀ ਨਹੀਂ ਸਮਝ ਆ ਰਿਹਾ, 2 ਵਾਰੀ 3 ਵਾਰੀ ਪੜ੍ਹ ਕੇ ਮੈਨੂੰ ਮਤਲਬ ਉਹਦਾ ਓਵਰਆਲ ਜਿੰਨਾ ਚਿਰ ਸਮਝ ਨਹੀਂ ਆਉਂਦਾ। ਕਈ ਵਾਰੀ ਇਹ ਹੁੰਦਾ ਕਿ ਅਸੀਂ ਕਨਫਿਊਜ਼ ਹੋ ਜਾਂਦੇ ਹਾਂ ਕਿ ਹਾਂਜੀ ਮਤਲਬ ਇੱਕ ਗਲਤ ਲਾਤਾ ਪਹਿਲਾਂ ਅਸੀਂ ਕੁਛ ਕਿ ਆਹ ਵਾਲਾ ਲੱਗ ਰਿਹਾ, ਬਾਅਦ 'ਚ ਤੁਹਾਨੂੰ ਅੱਗੇ ਜਾਂਦਿਆਂ ਪਤਾ ਲੱਗਦਾ ਕਿ ਨਹੀਂ, ਇਹ ਐਗਜ਼ੈਕਟ ਆਨਸਰ ਕਿਸੇ ਹੋਰ ਦਾ ਹੈ। ਤਾਂ ਮਤਲਬ ਉਹ ਫਿਰ ਤੁਹਾਨੂੰ ਉੱਥੇ ਰੀਕਨਸੀਡਰ ਕਰਨਾ ਪੈਂਦਾ ਉਹਨੂੰ ਕਿ ਇਹਦਾ ਕੀ ਆਏਗਾ ਫਿਰ ਜਿਹੜਾ ਮੈਂ ਪਹਿਲਾਂ ਲਾਇਆ ਸੀਗਾ। ਕਿ ਬਹੁਤ ਵਾਰੀ ਇਹ ਚੀਜ਼ਾਂ ਵੀ ਹੁੰਦੀਆਂ ਕਿ ਮਤਲਬ ਇਹ ਇੱਕ ਪਰਸਨਲ ਜਿਹਾ ਐਕਸਪੀਰੀਅੰਸ ਹੈ। ਮੈਨੂੰ ਐ ਸਮਝ ਨਹੀਂ ਆ ਰਹੀ ਕਿ ਮੈਂ ਤੁਹਾਡੇ ਨਾਲ ਕਿਵੇਂ ਸ਼ੇਅਰ ਕਰਾਂ, ਜਾਂ ਮਤਲਬ ਕਿਵੇਂ ਮਤਲਬ ਇਸ ਚੀਜ਼ ਨੂੰ ਸਮਝਾਵਾਂ ਜਾਂ ਨਹੀਂ ਮੈਮ, ਮੈਨੂੰ ਨਾ ਪਤਾ ਕੀ ਹੁੰਦਾ ਹੈ, ਮੈਂ ਸਹੀ ਲਾਇਆ ਹੁੰਦਾ ਹੈ, ਅੱਗੇ ਜਾ ਕੇ ਮੈਨੂੰ ਹਾਂਜੀ ਲੱਗਦਾ ਕਿ ਹਾਂ ਇਹਦਾ ਆ ਬਣ ਸਕਦਾ, ਤੇ ਉਹ ਅੱਗੇ ਜਾ ਕੇ ਉਹ ਮੈਂ ਗਲਤ ਕਰ ਦਿੰਦਾ ਜਿਹੜਾ ਮੈਂ ਸਹੀ ਲਿਖਿਆ ਹੁੰਦਾ ਵਾ। ਮੇਰੇ ਨਾਲ ਇਹ ਚੀਜ਼ ਹੁੰਦੀ ਆ ਹਮੇਸ਼ਾ। ਮੇਰੇ ਨਾਲ ਇਹ ਨਹੀਂ ਹੁੰਦਾ ਕਿ ਪਹਿਲਾਂ ਮੈਂ ਗਲਤ ਲਾਇਆ ਹੋਇਆ ਬਾਅਦ ਚ ਸਹੀ ਹੋਵੇ, ਮੇਰਾ ਪਹਿਲਾਂ ਸਹੀ ਹੁੰਦਾ ਫਿਰ ਬਾਅਦ ਚੋਂ ਗਲਤ ਕਰ ਦਿੰਦਾ ਮੈਂ ਕਿ ਹਾਂ ਨਹੀਂ, ਉਹ ਸ਼ਾਇਦ ਇਹਦਾ ਚੀਜ਼ਾਂ ਆ ਨਹੀਂ ਹੋ ਹੁੰਦੀਆਂ। ਸਕਦਾ। ਹਾਂਜੀ ਹਾਂਜੀ, ਉਹ ਚੀਜ਼ਾਂ ਹੁੰਦੀਆਂ ਬਹੁਤ ਵਾਰੀ ਜਦੋਂ ਅਸੀਂ ਬਹੁਤ ਜ਼ਿਆਦਾ ਉਹਦੇ ਵਿੱਚ ਵੀ ਨਾ ਕੀ ਹੁੰਦਾ ਕਿ ਤੁਸੀਂ ਕਨਸੈਂਟਰੇਟ ਨਹੀਂ ਕਰ ਪਾ ਰਹੇ, ਫਿਰ ਪ੍ਰੋਬਲਮ ਉਹ ਆ ਰਹੀ ਹੈ। ਮੇਰੇ ਨਾਲ ਹੁੰਦਾ ਸੀ ਕਿ ਮੈਂ ਕਾਫੀ ਮਤਲਬ ਨਰਸਿੰਗ ਦੇ ਐਗਜ਼ਾਮ ਐਨਕਲੈਕਸ ਦਿੱਤਾ ਸੀਗਾ ਮੈਂ ਆਨਲਾਈਨ। ਤਾਂ ਮੈਨੂੰ ਉਸ ਟਾਈਮ ਇਹ ਹੁੰਦਾ ਸੀ ਕਿ ਮੈਂ ਪਹਿਲਾਂ ਸਹੀ ਲਾ ਕੇ ਕੱਟ ਕੇ ਗਲਤ ਕਰਦੀ ਹੁੰਦੀ ਸੀ ਕਿ ਜਦੋਂ ਓਵਰ ਕੰਸੀਡਰ ਕਰਦੇ ਆਪਾਂ ਚੀਜ਼ਾਂ ਨੂੰ ਨਾ, ਕਿ ਮਤਲਬ ਤੁਸੀਂ ਸਮਝ ਨਹੀਂ ਪਾ ਰਹੇ ਹੋ ਉਹਦਾ ਆਈਡੀਆ, ਕਿ ਉਹ ਬਹੁਤ ਜ਼ਿਆਦਾ ਫਰਸਟ੍ਰੇਸ਼ਨ ਦੇ ਵਿੱਚ ਆ ਗਏ ਤੁਸੀਂ, ਫਿਰ ਗੱਲ ਇਹ ਚੀਜ਼ਾਂ ਹੁੰਦੀਆਂ। ਜਾਂ ਓਵਰ ਟਾਈਮ ਸਪੈਂਡ ਕਰ ਰਹੇ ਹੋ ਤੇ ਮਤਲਬ ਬਹੁਤ ਲੰਬਾ ਉਹਨੂੰ ਖਿੱਚ ਲਿਆ ਕਿ ਇੰਨਾ ਜ਼ਰੂਰੀ ਨਹੀਂ ਸੀਗਾ। ਤੇ ਜਦੋਂ ਤੁਸੀਂ ਦੋ ਚੀਜ਼ਾਂ ਕੰਸੀਡਰ ਕਰਨੀਆਂ ਕਿ ਆਹ ਇਹਦਾ ਵੀ ਲੱਗ ਰਿਹਾ ਇਹਦਾ ਵੀ ਲੱਗ ਰਿਹਾ, ਤਾਂ ਦੋਨਾਂ ਨੂੰ 2-3 ਵਾਰੀ ਉਹਨੂੰ ਚੰਗੀ ਤਰ੍ਹਾਂ ਸਮਝਣਾ ਪਏਗਾ। ਕਿ ਮਤਲਬ ਸਟਾਰਟਿੰਗ ਹੁਣ ਤੁਸੀਂ ਕਾਫੀ ਦੇਰ ਤੋਂ ਕਰ ਰਹੇ ਹੋਣੇ ਪ੍ਰੈਕਟਿਸ, ਤਾਂ ਸਰ ਦਾ ਜੋ ਮੈਥਡ ਹੈ ਨਾ ਕਿ ਮਤਲਬ ਅੱਛੀ ਤਰ੍ਹਾਂ ਪਹਿਲਾਂ ਇੱਕ ਪੈਰਾ ਲੈ ਕੇ ਉਹਨੂੰ ਹੀ ਕਰਨਾ ਕਿ ਟਾਈਮ ਦਾ ਉਹ ਨਾ ਸੋਚੋ ਕਿ ਟਾਈਮ ਕਿੰਨਾ ਲੱਗ ਰਿਹਾ ਜਾਂ ਕੁਛ ਹੈ। ਤਾਂ ਹੌਲੀ ਹੌਲੀ 10-20 ਰੀਡਿੰਗ ਮਤਲਬ ਜਦੋਂ ਆਪਾਂ ਕਰ ਲੈਂਦੇ ਨਾ, ਕਿ ਮਤਲਬ ਉਹ ਗ੍ਰਾਸਪਿੰਗ ਤੇ ਡਿਪੈਂਡ ਕਰਦਾ ਕਿ ਮੈਂ ਹਾਰਡਲੀ 5-6 ਕੀਤੀਆਂ ਹੋਣੀਆਂ ਇਸ ਵਾਰੀ ਤਾਂ ਮੈਂ ਟੈਸਟ ਦੇਣ ਵੇਲੇ ਪੂਰੇ ਮਹੀਨੇ ਦੇ ਵਿੱਚ। ਤਾਂ ਮਤਲਬ ਮੇਰਾ ਉਸੇ ਨਾਲ ਅੱਛਾ ਫਲੋ ਬਣ ਗਿਆ ਸੀ, ਉਹਦੇ ਵਿੱਚ ਅੱਛਾ ਮਤਲਬ ਕਨਸੈਂਟਰੇਸ਼ਨ ਬਣ ਗਈ ਸੀ। ਤਾਂ ਇਹ ਚੀਜ਼ ਹੈ। ਸਿਰਫ ਲਿਸਟ ਆਫ ਹੈਡਿੰਗ ਦੇ ਵਿੱਚ ਹੀ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਜਾਂ ਹੋਰ ਵੀ ਕਿਸੇ ਏਰੀਆ ਦੇ ਵਿੱਚ ਆ ਰਹੀ ਹੈ? ਇੱਕ ਲਿਸਟ ਆਫ ਹੈਡਿੰਗ ਸੀ, ਤੇ ਇੱਕ ਮਤਲਬ ਜਿਹੜੀ ਆਹ ਵਾਲੀ ਇਨਫੋਰਮੇਸ਼ਨ ਕਿਹੜੇ ਪੈਰਾਗ੍ਰਾਫ 'ਚ ਹੈ ਉਹਨੂੰ ਲੱਭੋ ਇਹ ਵਾਲੀ ਚੀਜ਼। ਬਾਕੀ ਹੋਰ ਕਿਸੇ 'ਚ ਨਹੀਂ ਆਉਂਦੀ ਮੈਨੂੰ। ਟਰੂ ਫॉर ਨੋਟ ਗਿਵਨ 'ਚ ਹੀ ਉਹ 'ਚ ਹੁਣ ਇੰਨੀ ਪ੍ਰੋਬਲਮ ਨਹੀਂ ਆਉਂਦੀ। ਓਕੇ, ਤਾਂ ਉਹ ਇਨਫੋਰਮੇਸ਼ਨ ਲਈ ਵੀ ਇਹ ਹੈ ਕਿ ਟਾਈਮ ਸਾਡੇ ਕੋਲ ਘੱਟ ਹੁੰਦਾ। ਤਾਂ ਮੈਂ ਤਾਂ ਮਤਲਬ ਪੇਪਰ ਤੇ ਪੈਨਸਿਲ ਵਾਲਾ ਟੈਸਟ ਦਿੱਤਾ, ਤਾਂ ਮੈਂ ਅੰਡਰਲਾਈਨ ਕਰਦੀਆਂ ਚੀਜ਼ਾਂ ਨੂੰ ਜਿਹੜੀਆਂ ਮੈਨੂੰ ਇੰਪੋਰਟੈਂਟ ਲੱਗਦੀਆਂ ਜਾਂਦੀਆਂ। ਤਾਂ ਉਹਨਾਂ ਨੂੰ ਫਿਰ ਤੁਹਾਨੂੰ ਮਤਲਬ ਦੇਖਣਾ ਵੀ ਪੈਂਦਾ ਓਵਰਆਲ ਕਿ ਕਿੱਥੇ ਕਿ ਜੇ ਉਹ ਇਨਫੋਰਮੇਸ਼ਨ ਸੀ, ਜਾਂ ਮਤਲਬ
ਕਿੱਥੇ ਉਹ ਗੱਲ ਕਹੀ ਗਈ ਸੀਗੀ। ਤਾਂ ਜਨਰਲੀ ਚੀਜ਼ਾਂ ਤੁਹਾਨੂੰ ਵੀ ਉਹ ਚੀਜ਼ਾਂ ਪਤਾ ਹੋਣੀਆਂ ਜਿਹੜੀਆਂ ਮੈਂ ਕਹਿ ਰਹੀ ਹਾਂ, ਬਟ ਮਤਲਬ ਗੱਲ ਇਹੀ ਹੈ ਕਿ ਗ੍ਰਾਸਪਿੰਗ ਤੇ ਹੀ ਡਿਪੈਂਡ ਕਰਦਾ। ਮੈਨੂੰ ਇਹ ਲੱਗਦਾ ਕਿ ਜਦੋਂ ਤੱਕ ਤੁਹਾਡੀ ਕਨਸੈਂਟਰੇਸ਼ਨ ਨਹੀਂ ਬਣੀ, ਅੰਡਰਸਟੈਂਡਿੰਗ ਨਹੀਂ ਹੋਈ, ਮੇਨ ਰੀਡਿੰਗ ਦੇ ਵਿੱਚ ਉਹੀ ਫੈਕਟਰ ਹੈ। ਕਿਸੇ ਵੀ ਚੀਜ਼ ਦੇ ਵਿੱਚ ਲਗਾ ਲਓ ਕਿ ਜੇ ਆਪਾਂ ਕੁਝ ਵੀ ਸਹੀ ਕਰ ਰਹੇ ਹਾਂ ਜਾਂ ਕੁਝ ਵੀ ਗਲਤ ਕਰ ਰਹੇ ਹਾਂ ਤਾਂ ਉਹਦਾ ਰੀਜ਼ਨ ਇੱਕ ਹੀ ਹੈ, ਜਾਂ ਤਾਂ ਤੁਸੀਂ ਸਮਝ ਪਾ ਰਹੇ ਹੋ ਜਾਂ ਨਹੀਂ ਸਮਝ ਪਾ ਰਹੇ। ਕਿ ਇਹਦਾ ਕੋਈ ਐਵੇਂ ਨਹੀਂ ਕਿ ਆਪਾਂ ਸ਼ਾਰਟ ਫਾਰਮੂਲਾ ਆਪਾਂ ਕੋਈ ਲਗਾ ਦਈਏ ਕਿ ਮਤਲਬ ਆਪਾਂ ਕਹੀਏ ਕਿ ਆਹ ਚੀਜ਼ ਐਵੇਂ ਹੋ ਜਾਏਗੀ। ਨਹੀਂ, ਉਹਦਾ ਮੇਰੇ ਹਿਸਾਬ ਨਾਲ ਮੈਨੂੰ ਤਾਂ ਕੋਈ ਇਹੋ ਜਿਹਾ ਮੈਥਡ ਨਹੀਂ ਮਿਲਿਆ ਕਿ ਤੁਹਾਨੂੰ ਫਾਈਨਲੀ ਉਹਨੂੰ ਪੜ੍ਹ ਕੇ ਸਮਝ ਕੇ ਫਿਰ ਹੀ ਆਨਸਰ ਹੈ। ਤੇ ਉਹੀ ਚੀਜ਼ ਆ ਜਾਂਦੀ ਹੈ ਕਿ ਦਿਮਾਗ 'ਚ ਕਿੰਨੀ ਚੀਜ਼ ਉਹ ਕੈਚ ਹੋਈ ਹੈ ਆਪਣੇ। ਠੀਕ ਹੈ। ਹਾਂ, ਤਾਂ ਮਤਲਬ ਮੈਂ ਤਾਂ ਜਿਵੇਂ ਸ਼ੁਰੂ ਦੇ ਵਿੱਚ ਮੈਂ ਇੰਪਰੂਵ ਕੀਤੀ ਸੀ ਤਾਂ ਮੇਰਾ 5.5 ਦਾ ਲੈਵਲ ਸੀ। ਤਾਂ ਮੈਂ ਨਿਊਜ਼ਪੇਪਰ ਵਗੈਰਾ ਰੀਡਿੰਗ ਕਰਕੇ ਉਹਨਾਂ ਦਾ ਮਤਲਬ ਨਿਊਜ਼ ਨੂੰ ਇੱਕ ਨਿਊਜ਼ ਲੈ ਲਈ, ਜੇ 2 ਨਿਊਜ਼ ਲੈ ਲਈਆਂ ਤਾਂ ਮੈਂ ਉਹਨਾਂ ਨੂੰ 4 ਵਾਰੀ ਘੱਟੋ ਘੱਟ ਰੀਡ ਕਰਦੀ ਸੀ। ਵਰਡ ਮੀਨਿੰਗ ਲਿਖ ਕੇ, ਇੱਕ ਵਾਰੀ ਵੈਸੇ ਸਿੰਪਲੀ, ਫਿਰ ਵਰਡ ਮੀਨਿੰਗ ਲਿਖ ਕੇ 3 ਵਾਰੀ ਉਹਨੂੰ ਰੀਡ ਆਊਟ ਕਰਨਾ। ਉਹਦੇ ਨਾਲ ਮੇਰੀ ਓਵਰਆਲ ਮਤਲਬ ਹਰੇਕ ਚੀਜ਼ ਤੇ ਫਰਕ ਪਿਆ ਸੀਗਾ। ਰਾਈਟਿੰਗ, ਸਪੀਕਿੰਗ, ਲਿਸਨਿੰਗ, ਰੀਡਿੰਗ, ਸਾਰੇ 4 ਮੋਡਿਊਲਸ ਤੇ ਫਰਕ ਪਿਆ ਸੀਗਾ। ਤਾਂ ਮੈਨੂੰ ਉਹ ਚੀਜ਼ ਬੜੀ ਹੈਲਪਿੰਗ ਲੱਗੀ ਕਿ ਮਤਲਬ ਜੇ ਤੁਹਾਡੇ ਕੋਲੇ ਟਾਈਮ ਹੈ ਤਾਂ ਤੁਸੀਂ ਉਹ ਚੀਜ਼ ਕਰ ਸਕਦੇ ਹੋ। ਜੇ ਨਹੀਂ ਵੀ ਹੈ ਤਾਂ ਤੁਸੀਂ ਜੋ ਰੀਡਿੰਗ ਹੀ ਕਰਦੇ ਹੋ ਤਾਂ ਉਹਨੂੰ ਜੇ ਮਤਲਬ ਆਪਾਂ ਨੂੰ ਹੁੰਦਾ ਕਿ ਕਈ ਵਾਰੀ ਆਪਾਂ ਨੂੰ ਸਮਝ ਹੀ ਨਹੀਂ ਆਉਂਦੇ ਕਿ ਵਰਡ ਉਹਦੇ ਵਿੱਚ ਕੀ ਹੈ ਐਗਜ਼ੈਕਟਲੀ। ਕਈ ਵਾਰੀ ਹੁੰਦਾ ਕਿ ਤੁਹਾਡੇ 8.5 ਦੇ ਜੇ ਆਪਾਂ ਸੋਚੀਏ ਕਿ ਐ ਨਹੀਂ ਹੈ ਕਿ ਮੈਂ ਬਹੁਤ ਜ਼ਿਆਦਾ ਐਵੇਂ ਹੈ ਕਿ ਮੈਨੂੰ ਬਹੁਤ ਜ਼ਿਆਦਾ ਪਤਾ ਹੈ ਕਿ ਹਰੇਕ ਚੀਜ਼ ਦਾ, ਤਾਂ ਜਸਟ ਰੀਡਿੰਗ ਸੋਲਵ ਕਰਨ ਨਾਲ ਜਾਂ 8.5 ਲੈਣ ਨਾਲ ਐ ਨਹੀਂ ਕਿ ਮੇਰੀ ਬਹੁਤ ਅੱਛੀ ਇੰਗਲਿਸ਼ ਹੈ। ਬਟ ਉਹ ਮਤਲਬ ਗੱਲ ਉੱਥੇ ਹੀ ਆ ਜਾਂਦੀ ਹੈ ਕਿ ਸਮਝਦੇ ਕਿੰਨੇ ਆ ਉਸ ਚੀਜ਼ ਨੂੰ। ਤੁਸੀਂ ਉਹਦੇ ਵਰਡ ਮੀਨਿੰਗ ਨੋਟ ਕਰੋ, ਇੱਕ ਹੀ ਚਾਹੇ ਰੀਡਿੰਗ ਕਰ ਲਓ, ਉਹਦਾ ਇੱਕੋ ਹੀ ਪੈਰਾਗ੍ਰਾਫ ਕਰ ਲਓ, ਉਹਨੂੰ ਅੱਛੀ ਤਰ੍ਹਾਂ ਸਮਝੋ। ਫਿਰ ਜੇ ਤੁਸੀਂ ਆਨਸਰ ਦੇਖ ਲਿਆ, ਉਹਨੂੰ ਕਲੈਰੀਫਾਈ ਕਰਨ ਦੀ ਕੋਸ਼ਿਸ਼ ਕਰੋ। ਤੁਹਾਡੇ ਖੁਦ ਨੂੰ ਨਹੀਂ ਸਮਝ ਆ ਰਿਹਾ, ਸਰ ਤੋਂ ਪੁੱਛੋ। ਤਾਂ ਮਤਲਬ ਉਹਦੇ ਨਾਲ ਤੁਹਾਨੂੰ ਮਿਲ ਜਾਂਦਾ ਕਿ ਮੇਰਾ ਕਿਉਂ ਗਲਤ ਸੀਗਾ। ਤਾਂ ਉਹ ਚੀਜ਼ ਹੈ, ਪ੍ਰੈਕਟਿਸ ਤੇ ਵੀ ਹੈ, ਕਨਸੈਂਟਰੇਸ਼ਨ ਤੇ ਵੀ ਹੈ, ਤੇ ਓਵਰਆਲ ਚੀਜ਼ ਵੀ ਹੈ ਕਿ ਮਤਲਬ ਜਿੰਨਾ ਚਿਰ ਰੀਡਿੰਗ ਆਪਾਂ ਨੂੰ ਸਮਝ ਹੀ ਨਹੀਂ ਆਇਆ, ਵਰਡ ਮੀਨਿੰਗ ਨਹੀਂ ਉਹਦੇ ਵਿੱਚੋਂ ਕੁਝ ਚੀਜ਼ਾਂ ਹੁੰਦੀਆਂ ਕਿ ਜਿੰਨਾ ਚਿਰ ਉਹ ਲਾਈਨ ਜਾਂ ਕੋਈ ਆਪਾਂ ਸਮਝ ਹੀ ਨਹੀਂ ਪਾਏ ਤਾਂ ਉਹ ਚੀਜ਼ ਮੁਸ਼ਕਿਲ ਹੋ ਜਾਂਦੀ ਉਹਨਾਂ ਚਿਰ। ਹਾਂਜੀ ਮੈਮ, ਲਿਸਨਿੰਗ ਦੇ ਐਮਸੀਕਿਊਜ਼ ਵਿੱਚ ਵੀ ਪ੍ਰੋਬਲਮ ਆਈ ਸੀ ਕਿ ਉਹ ਵੀ ਹੋ ਗਏ ਸੀ ਤੁਹਾਡੇ? ਜਿਹੜੇ ਮਲਟੀਪਲ ਚੋਇਸ ਵਾਲੇ ਆ ਉਹ ਡਿਪੈਂਡ ਕਰਦਾ। ਕਈ ਵਾਰੀ ਲਿਸਨਿੰਗ ਬਹੁਤ ਫਾਸਟ ਹੁੰਦੀ ਹੈ ਤਾਂ ਮਤਲਬ ਘੱਟ ਵੀ ਆਉਂਦੇ ਆ, ਜਿਵੇਂ 30, 32 ਵੀ ਆ ਜਾਂਦੇ ਸੀਗੇ। ਪਰ ਹੁਣ ਮਤਲਬ ਜੇ ਸਹੀ ਸਪੀਡ ਤੇ ਸਾਰਾ ਸਹੀ ਚੱਲ ਰਿਹਾ ਤੇ ਆਪਾਂ ਓਵਰਆਲ ਉਹਦੇ ਵਿੱਚ ਕੀ ਹੈ ਕਿ ਤੁਹਾਨੂੰ ਸੇਮ ਵਰਡ ਨਹੀਂ ਮਿਲੇਗਾ ਤੇ ਤੁਹਾਨੂੰ ਕੁਝ ਆਲਟਰਨੇਟ ਵਰਡ ਦੇਖਣਾ ਪਏਗਾ ਕਿ ਉਹ ਕੀ ਗੱਲ ਕਰ ਰਹੇ ਆ। ਤਾਂ ਉਹਦੇ ਵਿੱਚ ਵੀ ਪ੍ਰੋਬਲਮ ਆਉਂਦੀ ਤਾਂ ਹੈ, ਕਈ ਵਾਰੀ ਵੀ ਆ ਜਾਂਦੀ ਹੈ, ਬਟ ਮਤਲਬ ਓਵਰਆਲ ਹੋ ਜਾਂਦਾ ਕਿ ਅੱਛਾ ਹੋ ਜਾਂਦਾ। ਜ਼ਿਆਦਾ ਮਤਲਬ ਕਨਫਿਊਜ਼ ਨਹੀਂ ਹੋਏ ਜਿਸ ਤਰ੍ਹਾਂ ਹੁੰਦਾ ਵਾ ਕਿ ਇਹਦਾ ਐਮਸੀਕਿਊਜ਼ ਆ ਗਿਆ? ਜਿਵੇਂ ਮੋਸਟਲੀ ਵਾ ਸੈਕਸ਼ਨ 3 ਵਿੱਚ ਤਾਂ ਆਉਂਦੇ ਹੀ ਆਉਂਦੇ ਆ, ਤੇ ਹਾਂਜੀ ਉੱਥੇ ਹਾਂਜੀ ਆ ਕੇ ਹਾਂਜੀ ਸ਼ਾਰਟ ਵਾਲੇ ਤਾਂ ਹੋ ਜਾਂਦੇ, ਜਿਹੜੇ ਲੌਂਗ ਵਾਲੇ ਹੁੰਦੇ ਆ ਤੇ ਹਾਂਜੀ ਕਹਿੰਦੇ ਆ ਕਿ ਤੁਸੀਂ ਕੁਐਸਚਨ ਪੜ੍ਹੋ, ਬਟ ਟਾਈਮ ਉਹਨਾਂ ਨਹੀਂ ਹੁੰਦਾ ਹਾਂਜੀ ਕਿ ਸਾਰੇ ਕੁਐਸਚਨ ਪੜ੍ਹ ਪਾਈਏ। ਫਿਰ ਉੱਥੇ ਜਿਸ ਤਰ੍ਹਾਂ ਹੁਣੇ 5 ਐਮਸੀਕਿਊਜ਼ ਆ ਗਏ ਜਿਵੇਂ ਮੰਨ ਲਓ, ਹਨਾ, ਤੇ ਹੂੰ ਜਿਸ ਤਰ੍ਹਾਂ ਹੁਣੇ ਮੈਂ ਪੜ੍ਹ ਲਈ, ਮੈਂ ਉਹਨੇ ਟਾਈਮ 'ਚ 3 ਹੀ ਪੜ੍ਹ ਪਾਇਆ ਵਾਂ। ਹਾਂਜੀ ਹਾਂਜੀ ਤੇ ਜਦੋਂ ਚੌਥੇ ਪੜ੍ਹਨ ਦੀ ਵਾਰੀ ਆਈ ਤੇ ਫਿਰ ਉਹ ਸਟਾਰਟ ਹੋ ਜਾਂਦੀ ਆ ਰਿਕਾਰਡਿੰਗ, ਫਿਰ ਮੈਂ ਚੌਥਾ ਪੰਜਵਾਂ ਹੂੰ ਪੜ੍ਹ ਨਹੀਂ ਪਾਉਂਦਾ। ਫਿਰ ਉੱਥੇ ਆ ਕੇ ਮੈਂ ਅਟਕ ਜਾਂਦਾ ਕਿ ਹਾਂ ਚੌਥੇ ਪੰਜਵੇਂ 'ਚ ਇਹਨੇ ਕਿਹਾ ਕੀ ਸੀ, ਲੱਭਣਾ ਕੀ ਸੀ। ਇੱਕ ਇਸ ਚੀਜ਼ ਕਾਰਨ ਵੀ ਹੂੰ ਮੇਰੇ ਐਮਸੀਕਿਊਜ਼ ਜਿਹੜੇ ਆ ਗਲਤ ਹੋ ਜਾਂਦੇ ਆ। ਇੱਕ ਆ ਹੂੰ ਕਿ ਮਤਲਬ ਉਹੀ ਪਤਾ ਨਹੀਂ ਚੱਲ ਪਾਉਂਦਾ ਕਿ ਕਿਵੇਂ ਕਰਾਂ। ਮਤਲਬ ਟਾਈਮ ਘੱਟ ਹੁੰਦਾ ਵਾ ਤੇ ਐਮਸੀਕਿਊ ਜ਼ਿਆਦਾ ਹੁੰਦੇ ਕਿ ਪੜ੍ਹ ਨਹੀਂ ਪਾਉਂਦਾ ਕਿਹਦਾ ਆਨਸਰ ਕਿੱਥੇ ਬੋਲਿਆ ਜਾਊਗਾ, ਜਾਂ ਕਿਸ ਨਾਲ ਰਿਲੇਟ ਕਰਕੇ ਬੋਲਿਆ ਜਾਂ ਕਿਹੜਾ ਆਪਸ਼ਨ ਰਿਲੇਟ ਕਰਦਾ ਪਿਆ ਵਾ, ਕਿਉਂਕਿ ਉਹ ਸਮਝਣ ਦਾ ਟਾਈਮ ਇੰਨਾ ਜਲਦੀ ਹੂੰ ਮਿਲਦਾ ਨਹੀਂ ਗਾ। ਤੇ ਇਸ ਚੀਜ਼ ਹਾਂਜੀ ਨੂੰ ਹਾਂਜੀ ਕਿੱਦਾਂ ਮਤਲਬ ਤੁਸੀਂ ਕੀਤਾ ਆਪਣਾ ਇੰਪਰੂਵ? ਦੱਸੋ। ਮੈਂ ਮਤਲਬ ਸ਼ੁਰੂ ਦੇ ਵਿੱਚ ਮੈਨੂੰ ਵੀ ਬਹੁਤ ਪ੍ਰੋਬਲਮੈਟਿਕ ਲੱਗਦਾ ਸੀ ਕਿ ਮੈਂ ਪਹਿਲਾਂ ਮਤਲਬ ਕੀਤੀ ਤਿਆਰੀ, ਜਦੋਂ ਮੈਨੂੰ ਲੱਗਦਾ ਸੀ ਕਿ ਦੂਸਰੇ ਸਟੂਡੈਂਟ ਬੜਾ ਅੱਛਾ ਕਰ ਜਾਂਦੇ ਆ, ਮੈਂ ਵੀ ਰੀਡ ਨਹੀਂ ਸੀ ਕਰ ਪਾਉਂਦੀ ਉਹਨਾਂ ਨੂੰ ਪ੍ਰੋਪਰਲੀ। ਪਰ ਹੌਲੀ ਹੌਲੀ ਜਦੋਂ ਤੁਹਾਡਾ ਉਹੀ ਹੈ ਕਿ ਕਨਸੈਂਟਰੇਸ਼ਨ ਵਧੀ, ਫਿਰ ਥੋੜਾ ਪਹਿਲਾਂ ਮਤਲਬ ਤੁਸੀਂ ਨਾ ਐਮਸੀਕਿਊ ਦੀ ਪ੍ਰੋਬਲਮ ਆ ਰਹੀ ਹੈ, ਤੁਸੀਂ ਜਿਵੇਂ ਕਿ ਕਿਤੇ ਵੀ ਕਿਸੇ ਵੀ ਸੋਰਸ ਤੋਂ ਲੈ ਕੇ ਐਮਸੀਕਿਊਜ਼ ਕਰੋ ਵੱਧੋ ਵੱਧ। ਉਹਨੂੰ ਪਹਿਲਾਂ ਟਾਈਮ ਨਾਲ ਬਾਉਂਡ ਨਾ ਕਰੋ ਕਿ ਮਤਲਬ ਮੈਂ ਇੰਨੇ ਟਾਈਮ ਦੇ ਵਿੱਚ ਇੰਨਾ ਕਰਨਾ ਹੀ ਹੈ ਜਾਂ ਕੁਛ ਹੈ। ਉਹਨੂੰ ਸਲੋ ਕਰਕੇ ਰਿਪੀਟ ਕਰਕੇ ਸੁਣੋ। ਉਹਦੀਆਂ ਜਿਹੜੀਆਂ ਦਿੱਤੀ ਹੁੰਦੀ ਹੈ ਬਾਅਦ 'ਚ ਕੀ ਕਹਿੰਦੇ ਉਹਨੂੰ, ਸਮਰੀ ਟਾਈਪ ਉਹ ਆਨਸਰਸ ਦਿੱਤੇ ਹੁੰਦੇ ਆਪਾਂ ਨੂੰ। ਜੇ ਤੁਹਾਡੇ ਕੋਲ ਬੁੱਕਸ ਹੈ ਤਾਂ ਮਤਲਬ ਉਹਦੇ ਵਿੱਚ ਦੇਖੋ ਉਹਨੂੰ,
ਆਨਲਾਈਨ ਵੀ ਆਪਾਂ ਨੂੰ ਮਿਲ ਜਾਂਦੀਆਂ ਉਹਨਾਂ ਦੀਆਂ, ਮਤਲਬ ਜੋ ਪੂਰਾ ਉਹਨਾਂ ਨੇ ਬੋਲਿਆ ਹੁੰਦਾ ਹੈ। ਤਾਂ ਮਤਲਬ ਉਹਦੇ ਨਾਲ ਕੀ ਹੈ ਕਿ ਤੁਹਾਨੂੰ ਪਤਾ ਲੱਗੇਗਾ ਕਿ ਮਿਸ ਕਿੱਥੇ ਕੀਤਾ, ਤੇ ਟਾਈਮ ਤੁਸੀਂ ਮੈਨੇਜ ਇਹ ਕਰਨਾ ਹੈ ਕਿ ਦੇਖੋ ਅਸੀਂ ਵੇਟ ਨਹੀਂ ਕਰਨੀ, ਸਾਨੂੰ ਪਤਾ ਹੈ ਕਿ ਉਹਨਾਂ ਨੇ ਮਤਲਬ ਕਿੱਥੇ ਕਿੱਥੇ ਇੰਸਟਰਕਸ਼ਨਸ ਦੇਣੇ ਆ, ਅਸੀਂ ਇੰਨੇ ਕੁ ਤਾਂ ਹੈਬਚੁਅਲ ਹੋ ਜਾਂਦੇ ਆ ਕਿ ਉਹਨਾਂ ਨੇ ਕੀ ਇੰਸਟਰਕਸ਼ਨ ਦੇਣੇ ਆ, ਜਾਂ ਅੱਗੇ ਕੀ ਹੈ ਮੈਪ ਆ ਰਿਹਾ ਜਾਂ MCQ ਆ ਰਿਹਾ, ਤਾਂ ਤੁਸੀਂ ਉਹਨਾਂ ਤੇ ਡਿਪੈਂਡੈਂਟ ਨਹੀਂ ਰਹਿਣਾ ਕਿ ਉਹ ਕਹਿਣਗੇ ਕਿ ਤੁਸੀਂ ਪੜ੍ਹੋ ਤਾਂ ਫੇਰ ਹੀ ਪੜ੍ਹਨਾ। ਤੁਹਾਡੇ ਕੋਲੇ ਜਦੋਂ ਟਾਈਮ ਹੈ, ਹੁਣ ਮੈਂ ਫਸਟ ਪਾਰਟ ਕਰ ਲਿਆ, ਉਸ ਤੋਂ ਬਾਅਦ ਮੈਨੂੰ ਲੱਗ ਰਿਹਾ ਕਿ ਉਹ ਮੈਂ ਤਕਰੀਬਨ ਮੇਰੇ 10 ਚੋਂ 9 ਜਾਂ ਜੋ ਵੀ ਉਹਦਾ ਪਾਰਟ ਦਾ ਸੀਗਾ ਕਿ ਮੇਰੇ ਤਕਰੀਬਨ ਸਹੀ ਹੋ ਗਏ। ਹੁਣ ਉਹ ਮੈਂ ਦੁਬਾਰਾ ਤਾਂ ਉਹਨੂੰ ਨਹੀਂ ਕਰ ਸਕਦੀ। ਉਹਦੇ ਵਿੱਚ ਜੇ ਮੈਂ ਕਰ ਸਕਦੀ ਹਾਂ ਤਾਂ ਸਪੈਲਿੰਗ ਦੀ ਹੋ ਸਕਦੀ ਹੈ ਕਿ ਸਪੈਲਿੰਗਸ ਆਪਾਂ ਸਪੈਲਿੰਗਸ ਦੇ ਵਿੱਚ ਵੀ ਕਈ ਵਾਰੀ ਮਿਸਟੇਕ ਕਰਦੇ ਹਾਂ, ਹਨਾ। ਤਾਂ ਉਹਨੂੰ ਕੰਸੀਡਰ ਕਰਨ ਦੀ, ਉਹਨੂੰ ਬਾਰ-ਬਾਰ ਦੇਖਣ ਦੀ ਜ਼ਰੂਰਤ ਨਹੀਂ ਹੈ ਕਿ ਕੀ ਬੋਲਿਆ ਸੀ, ਉਹ ਤੁਹਾਨੂੰ ਯਾਦ ਵੀ ਨਹੀਂ ਆਉਣਾ, ਉਹ ਆਨਸਰ ਲਿਖਣ ਵੇਲੇ ਹੀ ਤੁਸੀਂ ਸੋਚ ਸਕਦੇ ਆ। ਉਸੇ ਟਾਈਮ ਨੂੰ ਯੂਟਿਲਾਈਜ਼ ਕਰਕੇ ਤੁਸੀਂ ਨੈਕਸਟ ਵਾਲਾ ਪਾਰਟ ਪੜ੍ਹੋ। ਤਾਂ ਮੇਰੇ ਹਿਸਾਬ 'ਚ ਪਹਿਲਾਂ ਮੈਨੂੰ ਇਹ ਬਹੁਤ ਵੱਡੀ ਪ੍ਰੋਬਲਮ ਲੱਗਦੀ ਸੀ ਕਿ ਪੂਰਾ ਪੜ੍ਹਿਆ ਨਹੀਂ ਜਾਂਦਾ, ਸਮਝਿਆ ਨਹੀਂ ਜਾਂਦਾ। ਪਰ ਹੁਣ ਐਟਲੀਸਟ ਮੈਂ ਮਤਲਬ ਜੇ 5 ਕੁਐਸਚਨ ਹੈਗੇ ਤਾਂ ਮੈਂ 5 ਚੋਂ 4 ਤਾਂ ਐਟਲੀਸਟ ਰੀਡ ਕਰ ਲੈਣੀ ਹੈ, ਤੇ 5th ਦਾ ਵੀ ਮੈਨੂੰ ਓਵਰਆਲ ਪਤਾ ਲੱਗ ਜਾਂਦਾ ਕਿ ਕੀ ਪੁੱਛ ਰਹੇ ਆ, ਕਿ ਮਤਲਬ ਜਸਟ ਇੱਕ ਲੁੱਕ ਦਿੱਤੀ ਉਹਨੂੰ ਕਿ ਕੀ ਪੁੱਛਣਾ ਚਾਹ ਰਹੇ ਆ, ਤੇ ਕਾਦੇ ਬਾਰੇ ਥੋੜਾ ਹੈਗਾ ਆਈਡੀਆ, ਜਸਟ ਉਹਦਾ ਮਤਲਬ ਥੋੜਾ ਤੁਹਾਨੂੰ ਫਾਸਟ ਤਾਂ ਕਰਨਾ ਪੈਂਦਾ, ਉਹਦੇ ਵਿੱਚ ਆਪਣੀ ਸਪੀਡ ਦਿਮਾਗ ਦੀ ਵਧਾਉਣੀ ਪੈਂਦੀ ਹੈ ਰੀਡ ਕਰਨ ਦੀ। ਤੇ ਬਾਕੀ ਮਤਲਬ ਟਾਈਮ ਦਾ ਹੀ ਹੈ ਕਿ ਮੈਨੇਜ ਕਰਨਾ ਹੀ ਪੈਣਾ ਉਹ ਤਾਂ, ਤੇ ਪਰ ਨਹੀਂ ਬਸ ਕੀਤਾ ਉਹਦੇ ਵਿੱਚ ਇਹੀ ਪ੍ਰੋਬਲਮ। ਹਾਂਜੀ, ਮੈਂ ਕਿਹਾ ਸੈਕਸ਼ਨ 3 ਵਿੱਚ ਹੀ ਆਉਂਦੀ ਹੈ ਪ੍ਰੋਬਲਮ। ਸੈਕਸ਼ਨ 4 ਜਿਹੜਾ ਸਮਰੀ, ਜਿਹੜਾ ਇੰਨਾ ਟਫ ਪਾਰਟ ਹੁੰਦਾ, ਉਹ ਸਫਲ ਹੋ ਨਹੀਂ ਬਟ ਜਾਂਦਾ ਮੇਰਾ। ਹੋ ਜਾਂਦਾ ਮਤਲਬ ਜਦੋਂ ਤੁਸੀਂ ਉਸ ਚੀਜ਼ ਨੂੰ ਕਰ ਲੈਂਦੇ ਹੋ ਨਾ। ਹੁਣ ਮੈਂ ਜਿਸ ਪੁਆਇੰਟ ਆਫ ਵਿਊ ਨਾਲ ਦੇਖ ਰਹੀ ਹਾਂ ਕਿ ਤੁਹਾਨੂੰ ਜੋ ਪ੍ਰੋਬਲਮ ਮੈਨੂੰ ਆਈ ਸੀ ਉਹ ਹੈ ਤੁਹਾਨੂੰ, ਬਟ ਮੈਨੂੰ ਲੱਗਦਾ ਕਿ ਉਹ ਚੀਜ਼ ਕਵਰ ਅਪ ਹੋ ਜਾਂਦੀ ਹੈ ਜਦੋਂ ਤੁਸੀਂ ਪ੍ਰੈਕਟਿਸ ਕਰਦੇ ਹੋ ਤੇ ਉਹਨੂੰ ਮਤਲਬ ਥੋੜਾ ਕਰੋ ਇੰਪਰੂਵ। ਜਿਹੜਾ ਮਤਲਬ ਮੈਨੂੰ ਲੱਗਦਾ ਕਿ ਤੁਹਾਡਾ ਰੀਡਿੰਗ ਤੇ ਲਿਸਨਿੰਗ ਦੋਨੋਂ ਚੀਜ਼ਾਂ ਇਕੱਠੀਆਂ ਇੰਪਰੂਵ ਹੋ ਜਾਣੀਆਂ ਜੇ ਤੁਸੀਂ ਥੋੜਾ ਮਤਲਬ ਮੈਨੂੰ ਨਹੀਂ ਪਤਾ ਕਿ ਤੁਹਾਡਾ ਕੀ ਲੈਵਲ ਹੈ ਜਾਂ ਕਿਵੇਂ, ਕਿ ਜਦੋਂ ਅਸੀਂ ਇੰਗਲਿਸ਼ ਓਵਰਆਲ ਇੰਪਰੂਵ ਹੁੰਦੀ ਹੈ ਨਾ, ਜਦੋਂ ਸਾਡੀ ਅੰਡਰਸਟੈਂਡਿੰਗ ਉਹਦੀ ਵੱਧਦੀ ਹੈ, ਇੰਗਲਿਸ਼ ਦੀ ਗ੍ਰਾਸਪਿੰਗ ਵੱਧਦੀ ਹੈ, ਸਾਡੀ ਕਨਸੈਂਟਰੇਸ਼ਨ ਵੱਧਦੀ ਹੈ, ਇਹ ਚੀਜ਼ਾਂ ਦੇ ਨਾਲ ਆਟੋਮੈਟਿਕਲੀ ਤੁਹਾਡਾ 0.5 ਜਾਂ 1 ਦਾ ਫਰਕ ਪੈ ਜਾਂਦਾ। ਤੇ ਟਾਈਮ ਜਿਹੜਾ ਲਿਸਨਿੰਗ ਦੇ ਵਿੱਚ ਉਹ ਹੁਣ ਮੈਨੇਜ ਹੋਣ ਲੱਗ ਗਿਆ ਕਿ ਓਵਰ ਦਾ ਟਾਈਮ ਕਿ ਤੁਸੀਂ ਮਤਲਬ ਕਿਵੇਂ ਉਹਨੂੰ ਉਹ ਕਰਨਾ। ਤਾਂ ਇਹ ਸਲੋਲੀ ਹੋਣਾ, ਮਿਹਨਤ ਨਾਲ ਹੀ ਹੋਣਾ, ਕੋਈ ਉਹਦਾ ਸ਼ਾਰਟਕਟ ਵੇ ਨਹੀਂ ਹੈ ਕਿ ਮੈਂ ਤੁਹਾਨੂੰ ਕਹਾਂ ਇਹ ਕਰ ਲਓ ਤਾਂ ਹੋ ਜਾਏਗਾ। ਹਾਂਜੀ, ਤੇ ਜਸਟ ਉਹਨਾਂ ਨੂੰ ਮਤਲਬ ਅੰਡਰਲਾਈਨ ਕਰੋ, ਕੋਸ਼ਿਸ਼ ਕਰੋ ਕਿ ਕੀ ਹੈ ਮਤਲਬ ਜਲਦੀ ਥੋੜਾ ਕਰਨ ਦੀ ਪ੍ਰੈਕਟਿਸ ਕਰੋ, ਉਸੇ ਸੈਕਸ਼ਨ ਦੀ ਜ਼ਿਆਦਾ ਤੋਂ ਜ਼ਿਆਦਾ ਕਰੋ ਜਿਹਦੇ ਵਿੱਚ ਤੁਹਾਨੂੰ ਪ੍ਰੋਬਲਮ ਆ ਰਹੀ ਹੈ। ਤੇ ਕਈ ਵਾਰੀ ਇਹ ਚੀਜ਼ ਨਹੀਂ ਹੁੰਦੀ ਕਿ ਅਸੀਂ ਇੱਕੋ ਪਾਰਟ ਤੇ ਅਟਕੇ ਰਹਿੰਦੇ ਹਾਂ। ਮੈਂ ਇੱਕ ਚੀਜ਼ ਇਹ ਵੀ ਦੇਖੀ ਹੈ ਕਿ ਅਸੀਂ ਸਪੈਲਿੰਗ ਮਿਸਟੇਕ ਬਹੁਤ ਕਰਦੇ ਹਾਂ। ਲਿਸਨਿੰਗ ਅਸੀਂ ਸੁਣ ਲਈ, ਮੈਨੂੰ ਇੱਕ ਲਿਸਨਿੰਗ ਦਾ ਪਾਰਟਿਕੂਲਰਲੀ ਯਾਦ ਹੈ ਕਿ ਮੈਂ ਰੈਬਿਟ ਤੇ ਹੈਬਿਟ ਦੇ ਸਪੈਲਿੰਗ ਦੇ ਵਿੱਚ ਕਨਫਿਊਜ਼ ਮਤਲਬ ਹੋ ਗਈ। ਜਿਵੇਂ ਹੈਬਿਟ ਦੇ ਵਿੱਚ ਆਈ ਥਿੰਕ ਸਿੰਗਲ ਬੀ ਹੈ, ਮੈਨੂੰ ਹਜੇ ਵੀ ਹਾਂਜੀ, ਕਨਫਿਊਜ਼ਨ ਹੋ ਜਾਂਦੀ ਹੈ। ਤਾਂ ਰੈਬਿਟ ਹਾਂਜੀ, ਦੇ ਵਿੱਚ ਡਬਲ ਹੈ, ਤਾਂ ਮਤਲਬ ਉਹ ਜੇ ਹਾਂਜੀ, ਤੁਸੀਂ ਸਹੀ ਨਹੀਂ ਲਿਖਿਆ ਤਾਂ ਆਨਸਰ ਤੁਹਾਡਾ ਤਾਂ ਵੀ ਚਾਹੇ ਤੁਸੀਂ ਸੁਣ ਵੀ ਲਿਆ, ਉਹਨੂੰ ਸਮਝ ਵੀ ਲਿਆ ਸਾਰਾ, ਜਿੰਨਾ ਚਿਰ ਉਹ ਸਪੈਲਿੰਗ ਸਹੀ ਨਹੀਂਗਾ ਤੁਹਾਡਾ ਗਲਤ ਗਿਆ ਉਹ ਆਨਸਰ। ਤਾਂ ਮਤਲਬ ਕਈ ਚੀਜ਼ਾਂ ਹੁੰਦੀਆਂ ਕਿ ਜੇ ਅਸੀਂ ਇੱਕ ਵੀ ਪੁਆਇੰਟ ਇੰਪਰੂਵ ਕਰ ਲਿਆ ਕਿ ਹੋ ਸਕਦਾ ਮੇਰਾ ਇੱਕ ਪੁਆਇੰਟ ਨਾਲ ਹੀ ਮੇਰਾ 8.5 ਬਣ ਰਿਹਾ ਸੀ, ਇੱਕ ਪੁਆਇੰਟ ਨਾਲ ਹੀ ਮੇਰੇ 8 ਰਹਿ ਜਾਣ, ਮਤਲਬ ਹੁੰਦਾ ਨਾ ਇੱਕ ਉਹ ਕ੍ਰਾਈਟੇਰੀਆ ਉਹਨਾਂ ਦਾ। ਹਾਂਜੀ, ਤਾਂ ਇਹਨਾਂ ਚੀਜ਼ਾਂ ਨੂੰ ਵੀ ਉਹ ਕੰਸੀਡਰ ਕਰਨਾ ਹੈ। ਹਾਂਜੀ ਠੀਕ। ਮੈਨੂੰ ਨਹੀਂ ਪਤਾ ਕਿ ਇਹ ਤੁਹਾਡੇ ਲਈ ਹੈਲਪਫੁਲ ਹੈ ਕਿ ਨਹੀਂ ਹੈ, ਨਹੀਂ ਬਟ ਮੈਮ, ਮੈਨੂੰ ਇੰਨਾ ਕੀ ਪਤਾ। ਨਹੀਂ ਮੈਮ ਤੁਸੀਂ ਆਏ ਮੈਮ, ਥੈਂਕ ਯੂ ਦੱਸਿਆ ਵਾ। ਐਕਚੁਅਲੀ ਮੈਮ ਦੂਸਰੇ ਦੇ ਐਕਸਪੀਰੀਅੰਸ ਤੋਂ ਵੀ ਤਾਂ ਪਤਾ ਲੱਗਦਾ ਆ ਕਿ ਹਾਂ ਕਿ ਉਹਨਾਂ ਨੇ ਜੋ ਕੀਤਾ ਇੰਪਰੂਵ ਕਰਨ ਵਾਸਤੇ ਕੀ ਕੀਤਾ ਹੋਏਗਾ, ਉਹਨਾਂ ਨੇ ਵੀ ਤਾਂ ਕੁਝ ਕੀਤਾ ਹੀ ਹੋਏਗਾ। ਇਸ ਲਈ ਮੈਂ ਸਰ ਨੂੰ ਕਿਹਾ ਨਹੀਂ ਸੀ, ਮੈਂ ਨਹੀਂ ਕਿਹਾ ਇਹਦੇ ਸਰ ਉਹਨਾਂ ਵਿੱਚ ਤੋਂ ਪੁੱਛਣਾ ਇੱਕ ਮਤਲਬ ਵਾਰ। ਹਾਂ, ਮੈਂ ਕਹਾਂ ਕਿ ਮੈਂ ਬਹੁਤ ਹਾਈ ਫਾਈ ਮੇਰੀ ਸਟੱਡੀ ਹੈ ਜਾਂ ਕੁਛ ਹੈ ਨਹੀਂ, ਮੈਂ ਮਤਲਬ ਸੈਲਫ ਮੇਡ ਵਾਲਾ ਹੀ ਸਿਸਟਮ ਹੈ ਕਿ ਮੈਂ ਆਪਣੇ ਆਪ ਹੀ ਇੰਪਰੂਵ ਕੀਤਾ ਉਹਨੂੰ। ਮਤਲਬ ਇੰਨਾ ਜ਼ਿਆਦਾ ਕੋਈ ਮੇਰੀ ਸਕੂਲਿੰਗ ਬਹੁਤ ਅੱਛੀ ਨਹੀਂ ਸੀ ਜਾਂ ਕੁਛ ਹੈ, ਪਰ ਉਹ ਮਿਹਨਤ ਨਾਲ ਤੇ ਕਨਸੈਂਟਰੇਸ਼ਨ ਨਾਲ ਤੇ ਤੁਹਾਨੂੰ ਮਤਲਬ ਮਿਹਨਤ ਟਾਈਮ ਤਾਂ ਦੇਣਾ ਪੈਂਦਾ ਕਿ ਜੇ ਤੁਸੀਂ 1 ਮਹੀਨੇ ਜਾਂ 2 ਮਹੀਨੇ ਦਾ ਟੈਸਟ ਸੋਚ ਰਹੇ ਹੋ 1.5 ਮਹੀਨੇ 'ਚ ਦੇਣਾ, ਤਾਂ ਉਹਨੂੰ ਤੁਹਾਨੂੰ ਮਤਲਬ ਸਾਰੀਆਂ ਰਿਸਪੋਂਸੀਬਿਲਿਟੀਜ਼ ਨੂੰ ਅਲੱਗ ਰੱਖ ਕੇ ਕਰਨਾ ਹੀ ਪੈਂਦਾ ਕਿ ਮਤਲਬ ਉਹਨੂੰ ਡੇਲੀ ਤੁਸੀਂ ਟਾਈਮ ਦੇ ਰਹੇ ਹੋ। ਜਿਹੜਾ ਪਰਟੀਕੂਲਰ ਸੈਕਸ਼ਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਉਹਨੂੰ ਬਾਰ-ਬਾਰ ਸੁਣੋ, ਰਿਪੀਟ ਕਰੋ, ਉਹਦੇ ਪੜ੍ਹੋ ਕਿ ਉਹਦੀ ਡਿਟੇਲ ਕੀ ਹੈ। ਲਿਸਨਿੰਗ ਦੇ ਵਿੱਚ ਤਾਂ ਇਹ ਚੀਜ਼ ਕਰ ਜਾਂਦੀ ਹੈ ਹੌਲੀ-ਹੌਲੀ, ਮੈਨੂੰ ਲੱਗਦਾ ਕਿ 2-4 ਕਰੋ ਨਾ ਤੁਸੀਂ ਤਾਂ ਉਹਦੇ ਨਾਲ ਹੀ ਫ਼ਰਕ ਪੈ ਜਾਂਦਾ। ਕਿ ਉਹਦੇ ਵਿੱਚ ਕੁਛ ਹਾਂਜੀ, ਮਤਲਬ ਅਸੀਂ ਯਾਦ ਨਹੀਂ ਕਰਨਾ, ਕੋਈ ਕੁਛ ਲਿਖਣਾ ਨਹੀਂ, ਸਿਰਫ ਉਹ ਜੋ ਬੋਲਿਆ ਉਹਨਾਂ ਨੇ ਬੜਾ ਮਤਲਬ ਈਜ਼ੀ ਵਾਲੇ ਉਹ ਨੰਬਰਸ ਹੁੰਦੇ ਆ, ਤਾਂ ਤੁਸੀਂ ਕਰ ਜਾਂਦੇ ਹੋ ਉਹਨੂੰ। ਤੇ ਬਾਕੀ ਇੰਨਾ ਕੁਛ ਵੀ ਨਹੀਂ, ਡਰਨ ਵਾਲੀ ਕੋਈ ਗੱਲ ਨਹੀਂ ਹੈ।
ਮਤਲਬ ਜੇ ਮੇਰਾ ਇੰਪਰੂਵ ਹੋ ਗਿਆ ਤਾਂ ਮੈਨੂੰ ਲੱਗਦਾ ਕਿ ਸਾਰਿਆਂ ਦਾ ਹੋ ਸਕਦਾ। ਬੜਾ ਮਤਲਬ ਸੁਧੀਰ ਸਰ ਨਾਲ ਵੀ ਜੁੜ ਕੇ ਮੈਨੂੰ ਬੜਾ ਕੌਨਫੀਡੈਂਸ ਮਿਲਿਆ, ਬੜਾ ਮਤਲਬ ਆਪਣੇ ਆਪ 'ਚ ਇਹ ਲੱਗਿਆ ਕਿ ਹਾਂ ਨਹੀਂ ਮੈਂ ਵੀ ਕਰ ਸਕਦੀ ਹਾਂ। ਤੇ ਹਾਂਜੀ ਸਰ ਵਧੀਆ ਦੀ ਜੀ ਸਰ। ਗਾਈਡੈਂਸ ਲਓ। ਕੁਛ ਮੇਰੀ ਵੀ ਹੈਲਪ ਚਾਹੀਦੀ ਹੋਊਗੀ ਇਨ ਫਿਊਚਰ ਵੀ, ਜੇ ਤੁਸੀਂ ਕੁਛ ਪੁੱਛਣਾ ਚਾਹੋ ਤਾਂ ਮਤਲਬ ਪੁੱਛ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈ। ਓਕੇ ਮੈਮ, ਥੈਂਕ ਯੂ ਮੈਮ ਠੀਕ ਹੈ ਦੱਸਣ ਲਈ। ਤਾਂ ਹੋਰ ਕੁਝ ਪੁੱਛਣਾ ਪੁੱਛ ਲੈ, ਮੈਂ ਰੋਜ਼ ਨਾ ਤੰਗ ਕਰਨਾ। ਹਾਂ ਨਹੀਂ ਨਹੀਂ ਕੋਈ ਨਹੀਂ ਗੱਲ ਸਰ ਨਹੀਂ ਪੁੱਛ ਸਰ, ਲਿਆ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਕਿਸੇ ਦੀ ਹੈਲਪ ਹੋ ਹਾਂ ਜਾਏਗੀ ਤਾਂ ਸਰ ਕੋਈ ਗੱਲ ਨਹੀਂ। ਸਰ ਨਹੀਂ ਇਹਨਾਂ ਮੈਮ ਵਿੱਚ ਹੀ ਆ ਮੈਨੂੰ ਜ਼ਿਆਦਾ ਪ੍ਰੋਬਲਮ। ਮੈਂ ਹਾਂਜੀ ਹੁਣ ਜਿੰਨੀਆਂ ਨਾ ਮੈਮ ਤੇ ਕਾਫੀ ਹੈਲਪਫੁਲ ਹੈਗੇ, ਮੈਂ ਕਹਿ ਰਿਹਾ ਕਿ ਜੋ ਇਹਨਾਂ ਨੇ ਗੱਲਾਂ ਕਹੀਆਂ ਕਿਆ ਮੈਂ ਤੁਹਾਨੂੰ ਰੋਜ਼ ਉਹ ਨਹੀਂ ਸਮਝਾਉਂਦਾ, ਸੇਮ ਗੱਲਾਂ। ਨਹੀਂ ਗੱਲਾਂ ਸਰ ਉਹੀ ਹੈ, ਮਤਲਬ ਹਾਂ ਮੈਂ ਵੀ ਇਹਨਾਂ ਚੀਜ਼ਾਂ ਨੂੰ ਸਮਝਦੀ ਹਾਂ, ਬਟ ਮੈਨੂੰ ਲੱਗਦਾ ਕਿ ਉਹਦਾ ਵੀ ਸ਼ਾਇਦ ਸੋਚ ਨਹੀਂ ਮੇਰੀ ਤਰ੍ਹਾਂ ਹੀ ਆ ਥੋੜੀ ਜਿਹੀ। ਤਾਂ ਸਾਨੂੰ ਇਹ ਨਹੀਂ ਨਹੀਂ ਹੁੰਦਾ ਨਹੀਂ ਕਿ ਦੂਸਰੇ ਦੇ ਐਕਸਪੀਰੀਅੰਸ, ਹੁਣ ਤੁਹਾਡੀ ਇੰਗਲਿਸ਼ ਨੂੰ ਅਸੀਂ ਬਹੁਤ ਹਾਈ ਲੈਵਲ ਦੀ ਸਮਝਦੇ ਹਾਂ ਕਿ ਸਾਨੂੰ ਐਂ ਲੱਗਦਾ ਹੁੰਦਾ ਕਿ ਕੋਈ ਮੇਰੇ ਵਰਗਾ ਬੰਦਾ ਮਿਲ ਜਾਏ ਮੈਨੂੰ ਸ਼ਾਇਦ ਉਹ ਸਮਝਾ ਦੇ। ਹਾਂਜੀ ਮੈਮ ਇਹੀ ਤਾਂ ਹੁੰਦਾ ਆ, ਇਹੀ ਮੈਂ ਸੋਚਣ ਦੇ, ਮੈਂ ਕਿਹਾ ਸਰ ਨੂੰ ਤੇ ਪਤਾ ਸਰ ਦੀ ਇੰਗਲਿਸ਼ ਇੰਨੀ ਜ਼ਿਆਦਾ ਇੰਪਰੂਵ ਆ ਕਿ ਉਹਨਾਂ ਨੂੰ ਆ ਜਾਂਦਾ ਸਮਝ। ਹੁਣ ਜਿਸ ਤਰ੍ਹਾਂ ਮੋਡਰੇਟ ਲੈਵਲ ਦਾ ਜਾਂ ਫਿਰ ਨੋਰਮਲ ਲੈਵਲ ਦਾ, ਜਦੋਂ ਮੇਰੇ ਵਰਗਾ ਕੋਈ ਮਿਲ ਜਾਏ ਨਾ ਮੈਨੂੰ ਕਿ ਹਾਂ ਜਿਹਨੇ ਰੀਡਿੰਗ ਕੀਤੀ ਹੋਵੇ, ਜਿਹਨੂੰ ਪਹਿਲਾਂ ਨਾ ਆਉਂਦੇ ਹੋਵੇ, ਫਿਰ ਉਹਨੇ ਨਾ ਉਹ ਮੈਥਡ ਕੀਤੇ ਹੁੰਦੇ ਆ, ਠੀਕ ਹੈ, ਜਿਹੜੇ ਮਤਲਬ ਮੈਨੂੰ ਹੈਲਪਫੁਲ ਹੋ ਸਕਦੇ ਆ। ਉਹਨੇ ਵੀ ਤਾਂ ਕੁਝ ਕੀਤਾ ਹੀ ਹੋਏਗਾ ਉਸ ਪਰਸਨ ਨੇ ਕਰਨ ਵਾਸਤੇ, ਤੇ ਫਿਰ ਮੈਂ ਚਾਹੁੰਦਾ ਕਿ ਮੈਂ ਉਸ ਪਰਸਨ ਦਾ ਐਕਸਪੀਰੀਅੰਸ ਉਸ ਤੋਂ ਸੁਣਾ, ਉਸ ਨਹੀਂ ਪਰਸਨ ਦੀ ਉਹ ਬਿਲਕੁਲ ਟੈਕਨੀਕਸ ਜਾਂ ਠੀਕ ਅਪਰੋਚ ਹੈ। ਮੈਂ ਕਹਿ ਰਿਹਾ ਕਿ ਨਹੀਂ ਜੋ ਮੈਂ ਰੋਜ਼ ਤੁਹਾਡੇ ਨਾਲ ਰੀਡਿੰਗ ਸ਼ੇਅਰ ਦੇ ਵਿੱਚ, ਕਰਦਾ ਨਾ। ਹਾਂਜੀ ਹਾਂਜੀ ਨਹੀਂ ਮੈਮ ਕੰਪਲੀਟ ਕਰੋ। ਨਹੀਂ ਸਰ ਸੌਰੀ ਸਰ, ਨਹੀਂ ਨਹੀਂ ਐਕਚੁਅਲੀ ਮੈਂ ਨਹੀਂ ਮੈਂ ਪੁੱਛਣਾ ਚਾਹੁੰਦੀ ਸੀ ਕਿ ਤੁਸੀਂ ਕੀ ਸਕਿਮਿੰਗ ਵਗੈਰਾ ਉਹ ਕੀ ਮੈਥਡ ਯੂਜ਼ ਕਰਦੇ ਹੋ, ਉਹਨੂੰ ਰੀਡ ਆਊਟ ਕਰਦੇ ਹੋ ਪੂਰਾ ਨੂੰ ਜੋ ਪੈਸੇਜ ਮਿਲੇ ਹੁੰਦੇ ਆ, ਜਾਂ ਕੀ ਕਰਦੇ ਹੋ ਸੁਮਿਤ? ਮੈਮ ਮੈਂ ਤਾਂ ਪੂਰਾ ਵੈਸੇ ਪੈਸੇਜ ਰੀਡ ਹੀ ਕਰਦਾ। ਐਕਚੁਅਲੀ ਮੈਂ ਹੁਣ ਵੇਖਿਆ ਵਾ ਰੀਡਿੰਗ ਮੈਂ ਸੋਲਵ 50 ਮਿੰਟ 'ਚ ਕਰ ਲੈਂਦਾ ਵਾ, ਲਿਸਟ ਆਫ ਹੈਡਿੰਗ ਮੈਂ ਐਂਡ 'ਤੇ ਕਰਦਾ ਵਾਂ, ਬਟ ਉਹ ਗਲਤ ਹਾਂਜੀ ਨਿਕਲ ਜਾਂਦੀਆਂ ਸਾਰੀਆਂ ਦੀ ਸਾਰੀਆਂ। ਮੇਰੇ ਉਹ ਤੁਸੀਂ ਟਾਈਮ ਨਾ ਦਾ ਪੰਗਾ ਨਹੀਂ ਪੈਂਦਾ। ਹੂੰ ਇਹ ਟਾਈਮ ਦਾ ਪੰਗਾ ਮੇਰਾ ਨਾ, ਮੈਂ ਵੇਖਿਆ ਇੰਪਰੂਵ ਹੋਇਆ ਵਾ ਪ੍ਰੈਕਟਿਸ ਕਰਕੇ। ਮੋਸਟਲੀ ਵੈਸੇ ਹੋਇਆ ਵਾ, ਬਟ ਲਿਸਟ ਆਫ ਹੈਡਿੰਗ ਜਿੱਥੇ ਆ ਜਾਂਦਾ ਨਾ, ਮੈਂ ਉਹਨਾਂ ਨੂੰ ਛੱਡ ਦਿੰਦਾ, ਬਟ ਲਾਸਟ ਤੇ ਕਰ ਦਿੰਦਾ। ਲਾਸਟ ਤੇ ਮੇਰੇ ਕੋਲ ਟਾਈਮ ਬਚ ਜਾਂਦਾ, ਪਰ ਮੈਂ ਕਰਦਾ ਰਹਿੰਦਾ ਸੋਲਵ ਹੋ ਜਾਂਦੀਆਂ। ਮੈਨੂੰ ਫਿਰ ਹੁੰਦਾ ਵਾ ਮੈਂ ਤਾਂ ਹੁਣ ਕਰ ਹੀ ਦਿੱਤੀਆਂ, ਹੁਣ ਵੇਖਿਆ ਜਾਊਗਾ। ਮੋਸਟਲੀ ਮੈਮ ਜਦੋਂ ਅਗਰ ਕੋਈ ਤੁਹਾਨੂੰ ਇਹਨਾਂ ਦੇ ਪਾਰਟਿਕੂਲਰ ਇਸ਼ੂਜ਼ ਆਉਂਦੇ ਸੈਕਸ਼ਨ, ਨਾ, ਹਾਂਜੀ ਮੈਂ ਤੁਹਾਨੂੰ ਦੱਸਦਾ ਮੋਸਟਲੀ ਜੋ ਇਹਨਾਂ ਦਾ ਇਸ਼ੂਜ਼ ਆਉਂਦੇ ਨਾ, ਹੁਣ ਮੇਰੇ ਨੇ ਇੱਕ ਸਟੂਡੈਂਟ, ਜਿੱਦਾਂ ਮੈਂ ਤੁਹਾਨੂੰ ਸਮਝਾਇਆ ਸੀ ਉਦਾਂ ਹੀ ਇਹਨਾਂ ਨੂੰ ਕਰਾਉਣਾ ਕਿ ਜੋ ਤੁਸੀਂ ਸਾਰੀ ਗੱਲਾਂ ਬੋਲੀਆਂ, ਮੈਂ ਤੁਹਾਨੂੰ ਕੁਝ ਟਾਈਮ ਪਹਿਲੇ ਤੁਹਾਨੂੰ ਦੱਸਿਆ ਕਿ ਇੱਕੋ ਸੈਕਸ਼ਨ ਚੁੱਕੋ, ਰਿਪੀਟ ਕਰੋ, ਹਾਂਜੀ ਬਿਲਕੁਲ ਸਰ। ਵੋਕੈਬਲਰੀ ਲਰਨ ਕਰੋ ਉਸ ਪੈਰਾਗ੍ਰਾਫ ਦੀ। ਹੁਣ ਹਜੇ ਵੀ ਜਦੋਂ ਮੇਰੇ ਕੋਲ ਕੋਈ ਨਵੀਂ ਇਨਕੁਆਇਰੀ ਆਉਂਦੀ ਨਾ, ਪਹਿਲਾ ਰਿਐਕਸ਼ਨ ਨਹੀਂ ਹੁੰਦਾ, 1.5 ਘੰਟੇ ਦੀ ਕਲਾਸ ਹੋ ਜਾਏਗਾ। ਹੁਣ ਮੇਰੇ ਕੋਲ ਨਾ ਇੱਕ ਹਾਂਜੀ ਸਟੂਡੈਂਟ ਹੈਗੀ ਹੈ ਰਾਤ ਦੇ ਬੈਚ, ਤਜਿੰਦਰ। ਹੁਣ ਇੱਕ ਹਾਂਜੀ ਸੈਂਟਰ ਹੈਗਾ ਗ੍ਰੇ ਕਲਰ ਦੇ ਨਾਮ ਤੋਂ, ਉਹਨੇ ਉੱਥੇ ਪਹਿਲੇ ਲਾਈ ਹੋਈ ਸੀ ਕਲਾਸਿਸ, ਤੇ ਕਹਿੰਦੀ ਮੈਂ ਮੇਰੀ ਕਲਾਸਿਸ ਹੁੰਦੀਆਂ ਸਵੇਰੇ 8 ਤੋਂ ਲੈ ਕੇ ਸ਼ਾਮੀ 5:30 ਤੱਕ। ਨਹੀਂ ਸਰ ਉਹ ਬਿਲਕੁਲ ਲਾਸਟ ਗਲਤ ਡੇ ਤੱਕ ਕਹਿੰਦੀ ਮੇਰਾ ਸਕੋਰ 5 ਹੀ ਰਿਹਾ, ਤੇ ਜਦੋਂ ਮੈਂ ਮੇਨ ਪੇਪਰ ਦਿੱਤਾ ਉਦੋਂ ਵੀ ਰੀਡਿੰਗ 'ਚ 5 ਆਇਆ। ਹੁਣ ਉਹਨੂੰ ਮੈਂ ਜਿਹੜੀ ਰੀਡਿੰਗ ਦਿੰਦਾ ਨਾ, ਮੈਂ 35 36 32 33 ਏਦਾਂ ਸਕੋਰ ਆਰਾਮ ਨਾਲ ਕਰਦੀ ਪਈ ਹੈ। ਉਹਨੂੰ ਜਿੱਦਾਂ ਲਿਸਨਿੰਗ 'ਚ ਮੈਪ 'ਚ ਪ੍ਰੋਬਲਮ, ਉਹਨੂੰ ਰਿਪੀਟ ਕਰਨਾ, ਜਾਂ ਰੀਡਿੰਗ 'ਚ ਇਹ ਪ੍ਰੋਬਲਮ ਰਿਪੀਟ, ਉੱਥੇ ਤਾਂ ਲਿਸਨਿੰਗ ਦੁਬਾਰਾ ਚਲਾਉਂਦੇ ਹੀ ਨਹੀਂ। ਉਹ ਕਹਿੰਦੇ ਕਿ ਹਾਂਜੀ ਹਾਂਜੀ ਕਿੱਥੋਂ ਐਨਾਲਿਸਿਸ ਹੋਣਾ ਹੈ, 2 ਰੀਡਿੰਗ 'ਚ 2 ਲਿਸਨਿੰਗ 'ਚ ਤੁਸੀਂ 20 ਨੰਬਰ ਲੈ ਕੇ ਘਰ ਆ ਗਏ, ਘਰ ਆ ਕੇ ਤਾਕਤ ਨਹੀਂ ਹੈਗੀ। ਮੋਸਟਲੀ ਤੇ ਹਾਂਜੀ ਸ਼ੀਟ ਵੀ ਵਾਪਸ ਲੈ ਲੈਂਦੇ ਆ, ਤੇ ਫਿਰ ਐਨਾਲਿਸਿਸ ਨਹੀਂ ਹੁੰਦਾ ਤੇ ਕੰਮ ਨਹੀਂ ਹੁੰਦਾ, ਉੱਤੋਂ ਓਵਰ ਵਰਕਿੰਗ। ਹੁਣ ਜਿੱਦਾਂ ਹਾਂਜੀ ਸੁਮਿਤ ਉਹਨਾਂ ਨੇ ਕੀ ਕਿਹਾ, ਉਹਨਾਂ ਨੇ ਸਿਰਫ 6-7 ਟੈਸਟ ਚੰਗੀ ਤਰ੍ਹਾਂ ਕੀਤੇ, ਪ੍ਰੈਕਟਿਸ ਉਹ ਰੋਜ਼ ਕਰਦੇ ਸੀ। ਹਾਂਜੀ ਹੁਣ ਕਹਿੰਦੇ ਮਹੀਨੇ ਦੇ 60 ਟੈਸਟ ਬਿਹਤਰ ਰਹੇ ਕਿ ਮਹੀਨੇ ਦੇ 15 ਟੈਸਟ ਵਿਦ ਐਨਾਲਿਸਿਸ ਬਿਹਤਰ ਰਹੇ। ਹਾਂ ਨਹੀਂ ਸਰ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਮੈਂ ਇਸੇ ਕਰਕੇ ਹੀ ਸਰ ਨੂੰ ਜੁਆਇਨ ਕੀਤਾ ਸੀ ਕਿ ਸਰ ਦਾ ਪੁਆਇੰਟ ਆਫ View ਨਾ, ਮੈਂ ਇੱਕ ਮੈਂ ਵੀ ਸਿੰਗਲ ਪਰਸਨ ਮੈਮ ਦੇਖਿਆ ਜੋ ਕਿ ਅਲੱਗ ਸੋਚਦੇ ਆ ਕਿ ਮਤਲਬ ਤੁਸੀਂ ਓਵਰਆਲ ਦੇਖੋ, ਜੇ ਮੇਰੀ ਇੰਗਲਿਸ਼ ਅੱਛੀ ਹੈ ਨਾ, ਤੁਸੀਂ ਮੈਨੂੰ ਕਿੱਥੇ ਵੀ ਬੈਠੀ ਨੂੰ ਰੀਡਿੰਗ ਜਾਂ ਲਿਸਨਿੰਗ ਪਕੜਾ ਦਿਓ ਕਿ ਮੈਂ ਉਹਨੂੰ ਕੈਚ ਕਰ ਲੂੰਗੀ, ਚਾਹੇ ਮੈਨੂੰ ਥੋੜਾ ਚਲੋ ਪ੍ਰੈਕਟਿਸ ਕਰਨ ਦੀ ਜ਼ਰੂਰਤ ਪਏਗੀ। ਬਟ ਜੇ ਤੁਸੀਂ ਸਮਝ ਹੀ ਨਹੀਂ ਪਾਏ, ਤੁਸੀਂ ਕਿੰਨੀ ਮਰਜ਼ੀ ਉਹਨੂੰ ਅੰਧਾ ਧੁੰਦ ਕਰਦੇ ਜੋ ਸਕਿਮਿੰਗ ਕਰ ਲਓ, ਇਹ ਕਰ ਲਓ, ਉਹ ਕਰ ਲਓ, ਕੁਛ ਨਹੀਂ ਉਹਨਾਂ ਚੀਜ਼ਾਂ ਨਾਲ ਫਰਕ ਪੈਣ ਲੱਗਿਆ ਜਿੰਨਾ ਚਿਰ ਤੁਸੀਂ ਉਹ ਸਮਝਿਆ ਨਹੀਂ ਕਿ ਉਹਨਾਂ ਨੇ ਕੀ ਕਿਹਾ ਕੀ ਨਹੀਂ ਕਿਹਾ। ਠੀਕ ਹੈ, ਉਹ ਤੇ ਸਿਰਫ ਉਹਨੂੰ ਫੈਂਸੀ ਸਮਝਣ ਲਈ ਵਰਡਸ ਕੀ ਹੈਗੇ। ਚਾਹੀਦਾ? ਹਾਂ, ਉਹਨੂੰ ਸਮਝਣ ਲਈ ਕੀ ਕਰਨਾ ਚਾਹੀਦਾ ਤੁਹਾਨੂੰ? ਉਹਨੂੰ ਸਲੋਲੀ ਪਹਿਲਾਂ ਆਪਾਂ ਸ਼ੁਰੂ ਹੋ ਜਾਏ, ਹੁਣ ਬੱਚੇ ਆ ਤਾਂ ਉਹ ਫਸਟ ਕਲਾਸ ਤੋਂ ਸ਼ੁਰੂ ਹੁੰਦੇ ਆ, ਕਦੇ ਐਂ ਤਾਂ ਨਹੀਂ ਕਿ 10th 'ਚ ਬਿਠਾ ਦਿਓ ਤੇ 10th ਹੀ ਕਰਵਾਈ ਜਾਓ ਤਾਂ ਹੁਸ਼ਿਆਰ ਹੋ ਜਾਣਗੇ ਜਾਂ ਉਹ ਹਾਂਜੀ ਬੜਾ ਹਾਈ ਸਕੋਰ ਕਰ ਜਾਣਗੇ, ਹਨਾ। ਤਾਂ ਇਵੇਂ ਹੀ ਹੈ, ਸਟੈਪ ਬਾਏ ਸਟੈਪ ਹੈ ਕਿ ਆਪਣੇ ਆਪ ਨੂੰ ਓਵਰਆਲ ਆਪਾਂ ਕੋਈ ਵੀ ਚੀਜ਼ ਆਪਣੀ ਈਵਨ ਪਰਸਨੈਲਿਟੀ ਇੰਪਰੂਵ ਕਰਨੀ ਹੈ ਤਾਂ ਉਹ ਵੀ ਇੱਕ ਦਿਨ 'ਚ ਨਹੀਂ ਹੁੰਦੀਗੀ ਨਾ।
ਚੀਜ਼ਾਂ ਕੋਈ ਵੀ ਹੈ ਤਾਂ ਉਹ ਹੌਲੀ ਹੌਲੀ ਸਲੋਲੀ ਸਟਾਰਟ ਕਰੋ, ਪਰ ਉਹਨੂੰ ਅੱਛੀ ਤਰ੍ਹਾਂ ਕਨਸੈਂਟਰੇਸ਼ਨ ਟਾਈਮ ਦਿਓ। ਤਾਂ ਮੈਨੂੰ ਤਾਂ ਬੜਾ ਮਤਲਬ ਹੈਲਪਫੁਲ ਲੱਗੀ ਇਹ ਚੀਜ਼ ਕਿ ਮਤਲਬ ਸਾਰੇ ਸੈਂਟਰਾਂ ਦੇ ਵਿੱਚ ਮੈਂ ਵੀ ਈਵਨ ਕੋਚਿੰਗ ਲਈ ਹੋਈ ਹੈ। ਤਾਂ ਜਾਓ ਤੁਸੀਂ ਸਵੇਰ ਤੋਂ ਸ਼ਾਮ ਤੱਕ, ਪਤਾ ਨਹੀਂ ਕੀ ਖਪਦੇ ਰਹਿੰਦੇ ਹੋ ਉੱਥੇ, ਇੰਪਰੂਵ ਕੁਝ ਵੀ ਨਹੀਂ ਹੁੰਦਾ। 0.5 ਦਾ ਫਰਕ ਨਹੀਂ ਪਾ ਸਕਦਾ ਕੋਈ ਕਿਸੇ ਦਾ, ਜਿੰਨਾ ਮਰਜ਼ੀ ਕੋਈ ਸ਼ਰਤਾਂ ਲਾਈ ਜਾਵੇ। ਨਹੀਂ ਮੇਰਾ ਵੀ ਮੈਮ ਹੁੰਦਾ ਇਤਨਾ ਹੀ ਸੇਮ। ਮੈਂ ਵੀ ਸਰ ਨੂੰ ਇਤਨਾ ਹੀ ਵੇਖ ਕੇ ਮੈਂ ਕਿਹਾ ਸਰ ਜਿਸ ਤਰ੍ਹਾਂ ਕਹਿੰਦੇ ਆ ਨਾ ਕਿ ਹਾਂ ਇੱਕ ਟੀਚਰ ਇੰਨੇ ਬੱਚੇ ਨਹੀਂ ਸੰਭਾਲ ਸਕਦਾ, ਉਹ ਸਹੀ ਗੱਲ ਨਹੀਂ ਸੰਭਾਲ ਸਕਦਾ, ਉਹ ਨਹੀਂ ਦਿੰਦਾ ਪਾਰਟਿਕੂਲਰ ਅਟੈਂਸ਼ਨ। ਨਾਲੇ ਅੱਜ ਕੱਲ੍ਹ ਦੇ ਜਿਹੜੇ ਇੰਸਟੀਚਿਊਟ ਹੈਗੇ ਨਾ, ਉੱਥੇ ਟੀਚਰ ਐਕਸਪੀਰੀਅੰਸ ਨਹੀਂ ਹੁੰਦੇ, ਉੱਥੇ ਉਹੀ ਬੱਚੇ ਰੱਖੇ ਹੁੰਦੇ ਆ ਜਿਨ੍ਹਾਂ ਦੇ ਆਪ ਦੇ 6.5 6 ਈਚ 7 ਈਚ ਇੱਥੋਂ ਤੱਕ ਆਏ ਹੁੰਦੇ ਆ, ਤੇ ਉਹ ਕੀ ਪੜ੍ਹਾ ਲੈਣਗੇ ਕਿਸੇ ਨੂੰ, ਉਹ ਆਪ ਹੀ ਸਾਡੀ ਉਮਰ ਦੇ ਹੁੰਦੇ ਆ। ਹਾਂ ਦੇਖੋ ਮੈਨੂੰ ਲੱਗਦਾ ਮੈਮ ਇੰਨਾ ਡਿਊਰੇਸ਼ਨ ਆਈਐਮਸ ਕਿਤੇ ਹੁੰਦੀ ਹੋਣੀ ਹੈ ਕਿ ਸੌਰੀ ਸਰ, ਮੈਂ ਸੁਮਿਤ ਨੂੰ ਕਹਿ ਰਹੀ ਸੀਗੀ, ਇੱਕ ਮਿੰਟ ਸੌਰੀ ਆਈ ਐਮ ਡਿਸਟਰਬਿੰਗ ਯੂ। ਦੇਖੋ ਸਰ ਤਾਂ ਈਜ਼ੀਲੀ ਆਪਣਾ ਕੰਮ ਖਤਮ ਕਰ ਸਕਦੇ। ਮੈਂ ਇਹਨਾਂ ਨੂੰ ਸੁਜੈਸਟ ਵੀ ਕੀਤਾ ਸੀ, ਮੈਂ ਕਿਹਾ 1-2 ਟੀਚਰ ਅਪਾਇੰਟ ਕਰ ਲਓ, ਤੁਸੀਂ ਕਿਉਂ ਬੱਚਿਆਂ ਨਾਲ ਇੰਨਾ ਉਹ ਕਰਦੇ ਹੋ ਹਨਾ। ਤਾਂ ਮਤਲਬ ਇਹ ਹੁੰਦਾ ਕਿ ਮਤਲਬ ਬੰਦਾ ਕਈ ਵਾਰੀ ਹੁੰਦਾ ਕਿ ਨਹੀਂ ਵੀ ਟਾਈਮ ਮੈਨੇਜ ਹੁੰਦਾ ਜਾਂ ਕੁਛ ਹੈ, ਪਰ ਉਹ ਖੁਦ ਇੰਡੀਵਿਜੂਅਲੀ ਐਫਰਟ ਲੈਂਦੇ ਆ ਕਿ ਨਹੀਂ ਮੇਰੇ ਜਿਹੜੇ ਟੀਚਰ ਹੋਣਗੇ ਉਹ ਪਤਾ ਨਹੀਂ ਕਿਵੇਂ ਦਾ ਪੜ੍ਹਾਉਣਗੇ, ਪਰ ਜਿਹੜੀ ਚੀਜ਼ ਉਹਨਾਂ ਨੇ ਕਹੀ ਜੇ ਆਪਾਂ ਉਹਨੂੰ ਫੋਲੋ ਕਰਦੇ ਹਾਂ। ਮੈਨੂੰ ਈਵਨ ਰਾਈਟਿੰਗ ਦੇ ਵਿੱਚ ਡਰ ਲੱਗਦਾ ਸੀ ਕਿ ਮੈਨੂੰ 6.5 ਦਾ ਹੀ ਚਾਹੀਦਾ ਸੀਗਾ, ਤੇ ਮੈਂ ਕਰ ਵੀ ਨਹੀਂ ਮਤਲਬ ਪਾਈ ਕਿ ਮੈਂ ਜੇ ਉਹਨਾਂ ਨੂੰ ਬਲੇਮ ਕਰਾਂ ਨਾ, ਨਹੀਂ ਮੈਂ ਕਰ ਹੀ ਨਹੀਂ ਪਾਈ ਕਿ ਮੇਰੀਆਂ ਬਹੁਤ ਜ਼ਿਆਦੀਆਂ ਰਿਸਪੌਂਸਿਬਿਲਿਟੀਜ਼ ਹੈ ਕਿ ਮੈਂ ਇੰਨਾ ਟਾਈਮ ਹੀ ਨਹੀਂ ਦੇ ਪਾਈ। ਪਰ ਉਹਨਾਂ ਨੇ ਜੋ ਮੈਨੂੰ ਕਿਹਾ, ਲਾਸਟ ਵਾਰੀ ਮੇਰੀ 6 ਹੀ ਸੀਗੀ, ਮੇਰਾ 0.5 ਦਾ ਮੈਨੂੰ ਡਰ ਵੀ ਲੱਗਿਆ, ਮੇਰੇ ਤੋਂ ਟਾਈਮ ਵੀ ਨਹੀਂ ਮੈਨੇਜ ਹੋਇਆ, ਤਦ ਵੀ ਮੇਰੇ 6.5 ਆ ਗਏ। ਤੇ ਮੈਂ ਉਹਦੇ ਲਈ ਬੜੀ ਮਤਲਬ ਮੈਂ ਖੁਸ਼ ਹਾਂ ਕਿ ਮੈਨੂੰ ਇਹ ਨਹੀਂ ਹੈ ਕਿ ਮੈਨੂੰ 7 ਚਾਹੀਦੇ, ਮੇਰਾ ਸਕੋਰ ਹੀ 6.5 ਚਾਹੀਦਾ ਸੀਗਾ। ਤੇ ਮੈਨੂੰ ਕੁਛ ਨਾ ਕਰਕੇ ਵੀ ਮੇਰਾ ਹੋ ਗਿਆ, ਕਿਉਂਕਿ ਉਹਨਾਂ ਨੇ ਜੋ ਪੁਆਇੰਟ ਮੈਨੂੰ ਕਹੇ ਉਹਨਾਂ ਨੂੰ ਮੈਂ ਉਵੇਂ ਮੰਨਿਆ। ਜਦ ਕਿ ਮੈਂ ਉਹਨਾਂ ਨਾਲੋਂ ਏਜ 'ਚ ਜੇ ਮੈਂ ਦੇਖਾਂ ਨਾ ਕਿ ਮੈਂ ਸਟੂਡੈਂਟ ਦੀ ਤਰ੍ਹਾਂ, ਉਹ ਕਈ ਸਟੂਡੈਂਟਸ ਦਾ ਨੇਚਰ ਇਹ ਹੁੰਦਾ ਕਿ ਪਤਾ ਨਹੀਂ ਸਰ ਕੀ ਕਹੀ ਜਾ ਰਹੇ ਤੇ ਕਈ ਮੰਨਦੇ ਵੀ ਨਹੀਂ ਹੈ। ਮੈਂ ਦੇਖਿਆ ਕਲਾਸਿਸ ਵੀ ਹੁੰਦੀਆਂ ਤਾਂ ਬੱਚੇ ਇਹ ਮਤਲਬ ਇਹ ਬੜਾ ਈਜ਼ੀ ਉਹ ਲੈਂਦੇ ਆ ਕਿ ਹਾਂ, ਬਟ ਜੋ ਉਹਨਾਂ ਮੈਨੂੰ ਨੇ ਦਿਖਾਇਆ ਸੀ ਸਰ ਨੇ ਇੱਕ ਸਟੂਡੈਂਟ। ਹਾਂ ਮੈਂ ਈਵਨ ਉਹਨੂੰ ਫੋਲੋ ਨਹੀਂ ਸੀ ਕਰ ਸਕਦੀ ਕਿ ਕਈ ਵਾਰੀ ਹੁੰਦਾ ਕਿ ਬੰਦੇ ਦਾ ਉਹਨਾਂ ਦਾ ਲੈਵਲ ਬਹੁਤ ਹਾਈ ਹੈ, ਮੇਰਾ ਬਹੁਤ ਲੋ ਹੈ, ਤੇ ਮੈਂ ਉਸ ਚੀਜ਼ ਨੂੰ ਫੋਲੋ ਵੀ ਨਹੀਂ ਸੀ ਕਰ ਸਕਦੀ। ਪਰ ਜੋ ਉਹਨਾਂ ਨੇ ਥੋੜਾ ਜਿਹਾ ਵੀ ਪੁਆਇੰਟ ਮੈਨੂੰ ਐਡ ਕਰਨ ਲਈ ਕਿਹਾ ਨਾ, ਉਹ ਮੈਂ ਚੀਜ਼ ਜੇ ਇੱਕ ਵੀ ਕਰਤੀ ਤਾਂ ਮੇਰੇ 0.5 ਦਾ ਫਰਕ ਪੈ ਗਿਆ। ਤੇ ਮੈਂ ਉਹਦੇ ਲਈ ਬੜੀ ਥੈਂਕਫੁਲ ਹਾਂ ਕਿ ਮਤਲਬ ਉਹਨਾਂ ਨੇ ਇਹ ਚੀਜ਼ ਉਹਨਾਂ ਕੋਲੇ ਸੀਗੀ ਤੇ ਮੈਨੂੰ ਉਹਨਾਂ ਨੇ ਦਿੱਤੀ, ਤੇ ਮੈਨੂੰ ਪ੍ਰਮਾਤਮਾ ਨੇ ਵੀ ਦਿੱਤੀ ਕਿ ਚਲੋ ਮੈਨੂੰ ਬੜਾ ਡਰ ਸੀਗਾ ਕਿ ਮੈਨੂੰ ਇਹ ਆਂਦੇ ਕੀ ਆ ਆਈਡੀਆਜ਼ ਆਂਦੇ ਨਹੀਂ ਪਏ, ਤੇ ਜਦੋਂ ਸਰ ਮੌਕ ਟੈਸਟ ਦਿੰਦੇ ਸੀ ਤੇ ਤੁਹਾਨੂੰ ਹੁੰਦਾ ਟਾਈਮ ਹੁੰਦੇ ਆਈਡੀਆਜ਼ ਕੀ ਸੋਚਾਂ ਆਈਡੀਆਜ਼ ਆਂਦੇ ਲਿਖਾਂ ਕੀ ਮੈਂ ਭਾਈ ਟਾਈਮ ਹੁੰਦਾ ਜਿਵੇਂ ਹੁਣ ਮੈਨੂੰ ਹੁੰਦਾ ਵਾ ਇਦਾਂ। ਪਹਿਲੇ ਤਾਂ ਪੈਰਾਫ੍ਰੇਜ਼ਿੰਗ ਨਾਲ ਕਹਿੰਦੇ ਸਿਰ ਤੇ ਲਾ ਲੈਂਦਾ ਹੀ ਬੱਚਾ। ਹਾਂਜੀ ਪੈਰਾਫ੍ਰੇਜ਼ਿੰਗ ਮੈਂ ਵੀ ਕਰਦੀ ਸੀ ਸਰ। ਉਹ ਮਤਲਬ ਇੱਕ ਸਾਊਥ ਇੰਡੀਅਨ ਇੰਸਟੀਚਿਊਟ ਮੈਂ ਜੁਆਇਨ ਕੀਤਾ ਹੋਇਆ, ਉਹਨਾਂ ਨੂੰ ਮੈਂ ਬੜਾ ਹਾਈ ਪੇ ਕੀਤਾ ਹੋਇਆ। ਤਾਂ ਮਤਲਬ ਉਹਨਾਂ ਨੇ ਮੈਨੂੰ ਇਹੀ, ਮੈਂ ਉਹਨਾਂ ਦੀਆਂ ਲਾਸਟ ਤੇ ਕਲਾਸਿਸ ਛੱਡਤੀਆਂ ਕਿਉਂਕਿ ਉਹ ਇਹੀ ਸੀਗਾ ਉਹਨਾਂ ਦਾ ਫਸਟ ਪੈਰਾਫ੍ਰੇਜ਼ ਕਰੋ, ਲਾਸਟ ਤੇ ਬਸ ਇਹ ਕਰ ਦੇਣਾ ਉਹ ਕਰ ਦੇਣਾ, ਉਹਨਾਂ ਦਾ ਟਿਪੀਕਲ ਜਿਹਾ ਇੱਕ ਵੇ ਸੀਗਾ। ਤੇ ਉਹ ਮੈਂ ਕਈ ਬੱਚਿਆਂ ਦੀ ਤਾਂ ਲੈਂਥ ਹੀ ਨਹੀਂ ਪ੍ਰੋਪਰ ਹੁੰਦੀ, ਤੇ ਮੈਂ ਉਹ ਇੱਕ ਸਟੂਡੈਂਟ ਸਾਡੇ ਨਾਲ ਕਰ ਰਿਹਾ ਸੀ, ਉਹਨੇ ਪਤਾ ਨਹੀਂ ਕਿੰਨੇ ਵਾਰੀ ਟੈਸਟ ਦੇਤਾ, ਮੈਨੂੰ ਇਹ ਵੀ ਨਹੀਂ ਪਤਾ ਕਿ ਕਿੰਨੇ ਕੁ ਵਾਰੀ ਉਹਨੇ ਟੈਸਟ ਦੇਤਾ, ਤੇ ਉਹਦੇ 6 ਤੋਂ ਵੱਧ ਨਹੀਂ ਸੀ ਰਹੇ। ਤੇ ਮੈਂ ਇੱਕ ਦਿਨ ਮਤਲਬ ਈਵਨ ਇਹ ਵੀ ਉਹਨਾਂ ਨੂੰ ਰਿਕੁਐਸਟ ਕੀਤੀ, ਮੈਂ ਯਾਰ ਇਹਨੂੰ ਕਹੋ ਵੀ ਲੈਂਥ ਤਾਂ ਪ੍ਰੋਪਰ ਲਿਖ ਲੈ। ਤਾਂ ਉਹਨਾਂ ਨੇ ਨਹੀਂ ਇਟਸ ਓਕੇ ਟੌਪਿਕ ਇਜ਼ ਵੈਰੀ ਸਮਾਲ, ਇਹ ਕਰਕੇ ਉਹਨਾਂ ਨੇ ਮਤਲਬ ਜੇ ਹੁਣ ਤੁਸੀਂ 150 ਵਰਡ ਕਹੇ ਆ ਤਾਂ ਸਰ ਨੇ ਇਹ ਕਿਹਾ ਕਿ 150 ਲਿਖੋਗੇ ਤਾਂ ਠੀਕ ਹੈ, ਤਾਂ ਮਤਲਬ ਫੇਰ ਹੀ ਠੀਕ ਹੋਏਗਾ ਨਾ। ਹੁਣ ਜੇ ਉਹ ਅਸੀਂ ਚੀਜ਼ਾਂ ਕਰ ਹੀ ਨਹੀਂ ਪਏ, ਉਹਨਾਂ ਦੇ ਜਿਹੜੇ ਆ ਬੈਂਡ ਡਿਸਕ੍ਰਿਪਟਰ ਹੈ ਇਹ ਸਾਰੇ ਹੀ ਦੱਸਦੇ ਆ ਕਿ ਮੈਨੂੰ ਅੱਜ ਤੱਕ ਕਦੇ ਨਹੀਂ ਸੀ ਪਤਾ ਇਹ ਚੀਜ਼ ਦਾ। ਤੇ ਮਤਲਬ ਇਹ ਵੀ ਚੀਜ਼ ਹੁੰਦੀ ਹੈ ਕਿ ਇਹਨਾਂ ਪੈਰਾਮੀਟਰ ਤੇ ਅਸੀਂ ਉਹ ਕਰਨਾ ਹੁੰਦਾ, ਫੋਲੋ ਕਰਨਾ ਹੁੰਦਾ ਚੀਜ਼ਾਂ ਨੂੰ। ਠੀਕ ਹੈ, ਤਾਂ ਮਤਲਬ ਇਹ ਚੀਜ਼ਾਂ ਬੜਾ ਮੈਨੂੰ ਅੱਛਾ ਲੱਗਿਆ, ਬੜਾ ਅੱਛੀ ਗਾਈਡੈਂਸ ਮਿਲੀ। ਤਾਂ ਇਹਨਾਂ ਚੀਜ਼ਾਂ ਨੂੰ ਫੋਲੋ ਕਰੋ। ਕੋਈ ਦਿੱਕਤ ਹੈ ਮਤਲਬ ਆਪਾਂ ਤੁਹਾਡੀ ਹਮੇਸ਼ਾ ਹੈਲਪ ਲਈ ਤਿਆਰ ਹੈ। ਸਰ ਤਾਂ ਮਤਲਬ ਉਹਨਾਂ ਦੀ ਤਾਂ ਕੀ ਕਹੀਏ, ਹੈਗੀ ਹੈ। ਬਸ ਇਹਨਾਂ ਦੀ ਗੱਲ ਨੂੰ ਮੰਨ ਲਓ, ਇਨ ਬਿਨ ਜਿਵੇਂ ਕਹਿ ਰਹੇ ਆ ਨਾ, ਤੁਹਾਡਾ ਬੇੜਾ ਪਾਰ ਹੋ ਜਾਣਾ। ਮੈਂ ਮੰਨਦਾ ਮੈਂ ਤਦੇ ਮੈਂ ਗੱਲ ਕਰਾਈ, ਵਰਨਾ ਮੈਂ ਕੀ ਕਰਾਂਗੀ, ਮੰਨਦਾ ਇਸ ਲਈ ਮੈਂ ਕਰਾਈ ਇੰਪਰੂਵ ਕਰਦਾ। ਨਹੀਂ ਸਰ, ਹੋਣਾ ਚਾਹੀਦਾ ਬੱਚਿਆਂ ਦਾ ਨਾ, ਚਲੋ ਕਿਸੇ ਦੀ ਹੈਲਪ ਹੋ ਜਾਏ। ਪ੍ਰੋਬਲਮਸ ਹੁੰਦੇ ਆ ਸਾਰੇ, ਬੜੀ ਸਟ੍ਰੈਸ ਹੁੰਦੀ ਹੈ। ਹੋਰ ਕੁਝ ਪੁੱਛਣਾ ਸੁਮਿਤ ਪੁੱਛ ਲਿਆ ਉਹਨਾਂ ਸੱਚੀ, ਉਹਨਾਂ ਜੌਬ ਕਰਦੇ, ਮੈਂ ਬਾਅਦ ਚੋਂ ਜਲਦੀ ਨਹੀਂ ਬੁਲਾਣਾ। ਨਹੀਂ ਸਰ ਪੁੱਛ ਲਿਆ ਬਸ, ਹੋਰ ਬਸ ਹੋਰ ਕਿਸੇ ਚ ਨਹੀਂ ਮੈਨੂੰ ਦਿੱਕਤ।
ਗੱਲਾਂ ਉਹੀ ਠੀਕ ਹੈ ਹੈ ਰਜੇ, ma'am। ਬਸ ਇਹ ਮੰਨਣ ਦੀ ਗੱਲ ਹੈ। ਹਾਂਜੀ ਮੈਮ, ਥੈਂਕ ਯੂ ਮੈਮ। ਹਾਂ, ਕਰੋ ਪ੍ਰੈਕਟਿਸ ਉਹਦੀ। ਓਕੇ ਜੀ, ਬਾਏ ਥੈਂਕ ਸਰ। ਯੂ, ਬਾਏ। ਬਾਏ ਸੁਮਿਤ। ਹਾਂਜੀ ਮੈਮ।